ਹੁਣ ਜਿਹੜਾ ਆਇਆ ਜੀ ਤਾलिबान ਦਾ ਰਾਜ, ਇਹਨੂੰ समझो। ਹੁਣ तक ਆਪਾਂ देख लिया अमरीका आया। अच्छा, अमरीका जित क्यों नहीं पाया? ਉਹਦੇ कई कारण ने। तालिबान ਦੀ ਜਿਹੜੀ ਲੜਨ ਦੀ ਸਟ੍ਰੈਟਜੀ ਹੈ ਜੀ, ਉਹ ਗੁਰਿਲਾ ਸਟ੍ਰੈਟਜੀ ਹੈ। ਜਦੋਂ ਕਿਤੇ ਅਮਰੀਕਾ ਵਾਲੇ ਉਹਨਾਂ ਦੇ ਸੂਤ ਆਉਂਦੇ, ਉਹ ਇਹਨਾਂ ਨੂੰ ਮਾਰ ਕੇ ਭੱਜ ਜਾਂਦੇ, ਲੁਕ ਜਾਂਦੇ, ਜੰਗਲਾਂ 'ਚ ਵੜ ਜਾਂਦੇ। ਇਹਨੂੰ ਗੁਰਿਲਾ ਵਾਰਫੇਅਰ ਕਹਿੰਦੇ, ਛਾਪਾ ਮਾਰ ਯੁੱਧ, ਮਤਲਬ ਸਿੱਧਾ ਆ ਕੇ ਠੱਪਾ ਕਰਦੇ ਤੇ ਫਰਾਰ। ਚਲੋ ਜੀ, ਦੂਜੀ ਗੱਲ, ਤਾਲਿਬਾਨ ਵਾਲੇ ਉੱਥੇ ਹੀ ਜੰਮੇ ਨੇ ਤਾਂ ਉਹਨਾਂ ਨੂੰ ਆਪਦੀ ਧਰਤੀ ਦਾ ਪਤਾ ਹੈ, ਕਿਹੜਾ ਪਹਾੜ ਕਿਵੇਂ ਹੈ। ਤੇ ਉੱਥੇ ਸੜਕਾਂ ਹੈ ਨਹੀਂ ਜੀ। ਜੇ ਤੁਸੀਂ ਕਦੇ ਅਫਗਾਨਿਸਤਾਨ ਨੂੰ ਦੋ ਹਿੱਸਿਆਂ 'ਚ ਵੰਡਣਾ ਹੋਵੇ ਨਾ, ਪੇਂਡੂ ਤੇ ਸ਼ਹਿਰੀ, ਤੇ ਸ਼ਹਿਰੀ ਹਿੱਸਾ ਸਿਰਫ 24-25% ਹੈ। 75% ਅਫਗਾਨਿਸਤਾਨ ਪੇਂਡੂ ਹੈ ਤੇ 75% ਅਫਗਾਨਿਸਤਾਨ 'ਚ ਸੜਕਾਂ ਹੈ ਨਹੀਂ। ਕਿਹੜੇ ਤੁਹਾਡੇ ਉੱਥੇ ਹਮਰ ਚੜਨਗੇ? ਇੱਕ ਹਮਵੀ ਕਾਰ ਅੱਜ ਕੱਲ੍ਹ ਚੱਲੀ ਜਾਂਦੀ ਹੈ, ਹਮਰ ਦਾ ਵੇਰੀਐਂਟ ਹੈ, ਉਹ ਚੜ੍ਹਦੀ ਨਹੀਂ ਉੱਥੇ। ਟੈਂਕ ਵੀ ਨਹੀਂ ਚੜ੍ਹਦੇ, ਭੱਜ ਕੇ ਚੜ੍ਹ ਜਾਂਦੇ। ਹੁਣ ਆ ਜਾਓ ਜੀ ਅੱਜ ਦੇ ਤਾਲਿਬਾਨ ਤੇ। ਇੱਕ ਗੱਲ ਕਹੀ ਜਾਂਦੀ ਹੈ ਜੀ ਕਿ ਤਾਲਿਬਾਨ ਨੇ ਬੜੀ ਸਪੀਡ ਨਾਲ ਕਬਜ਼ਾ ਕੀਤਾ ਪਾਕਿਸਤਾਨ ਉੱਤੇ, ਅਫਗਾਨਿਸਤਾਨ ਤੇ। ਉਹਦੇ ਕਾਰਨ ਸਮਝੀਏ ਜੀ। ਪਹਿਲਾ ਕਾਰਨ, ਫੌਜ ਲੜੀ ਨਹੀਂ। ਠੀਕ ਹੈ ਜੀ, ਸਮਝ ਆ ਗਿਆ। ਦੂਜਾ ਕਾਰਨ, ਫੌਜ ਲੜੀ ਕਿਉਂ ਨਹੀਂ, ਇਹ ਦੇਖ ਲਈਏ। ਉਹਦਾ ਇੱਕ ਤਾਂ ਕਾਰਨ ਇਹ ਹੈ ਜੀ ਕਿ ਮੈਨੂੰ ਅੱਜ ਵੀ ਯਾਦ ਹੈ, ਥੋੜੇ ਦਿਨ ਪਹਿਲਾਂ ਬਿਡਨ ਦਾ ਜਦੋਂ ਬਿਆਨ ਆਇਆ, ਜਦੋਂ ਲੋਕਾਂ ਨੇ ਉਹਨਾਂ ਨੂੰ ਪੁੱਛਿਆ, ਜੋਏ ਬਾਈਡਨ ਦਾ, ਉਹਨੂੰ ਪੁੱਛਿਆ ਕਿ ਜੀ ਤੁਸੀਂ ਤਾਂ ਬੈਕਆਊਟ ਕਰੀ ਜਾਂਦੇ ਹੋ, ਬਾਹਰ ਆਈ ਜਾਂਦੇ ਹੋ, ਪੁੱਲ ਆਊਟ ਕਰੀ ਜਾਂਦੇ ਹੋ, ਤਾਂ ਜਦੋਂ ਉੱਥੇ ਤਾਲਿਬਾਨ ਅਟੈਕ ਕਰਨਗੇ ਉੱਥੋਂ ਦੀ ਫੌਜ ਕੀ ਕਰੂਗੀ? ਤਾਂ ਉਹਨਾਂ ਨੇ ਕਿਹਾ ਸੀ ਜੀ ਅਫਗਾਨਿਸਤਾਨ ਦੀ 3.5 ਲੱਖ ਫੌਜ ਹੈ ਤੇ ਤਾਲਿਬਾਨੀ ਵੱਧ ਤੋਂ ਵੱਧ 1 ਲੱਖ ਹੈ। 1 ਲੱਖ 3.5 ਲੱਖ ਦਾ ਕੀ ਕਰ ਲੈਣਗੇ? ਪਰ ਬਾਅਦ ਚ ਜਦੋਂ ਪਤਾ ਲੱਗਿਆ ਕਿ ਤਾਲਿਬਾਨ ਦਾ ਤਾਂ ਕਬਜ਼ਾ ਹੋ ਗਿਆ, ਤਾਂ ਬਾਅਦ ਚ ਇੱਕ ਗੱਲ ਸਾਹਮਣੇ ਆਈ ਜੀ ਕਿ ਅਫਗਾਨਿਸਤਾਨ ਦੀ 3.5 ਲੱਖ ਫੌਜ ਸਿਰਫ ਕਾਗਜ਼ਾਂ 'ਚ ਹੀ ਹੈ। ਉਹ ਚੋਂ 1.5-2 ਲੱਖ ਫੌਜ ਹੈ ਹੀ ਨਹੀਂ। ਉਹ ਇਹਨਾਂ ਦੇ ਫੌਜ ਦੇ ਜਰਨੈਲ ਅਮਰੀਕਾ ਤੋਂ ਤਨਖਾਹਾਂ ਲੈ ਆਪ ਖਾਂਦੇ ਨੇ। ਕਾਗਜ਼ਾਂ 'ਚ ਦਿਖਾ ਦਿੰਦੇ ਸੀ ਮੇਰੇ ਥੱਲੇ 1000 ਫੌਜੀ ਹੈ, ਅਸਲ 'ਚ 300 ਹੀ ਹੁੰਦਾ ਸੀ। 700 ਦੀ ਤਨਖਾਹ ਆਪ ਖਾ ਜਾਂਦੀ ਸੀ। ਦੂਜੀ ਗੱਲ, ਮੋਰਲ ਦੀ ਕਮੀ ਹੈ ਜੀ, ਕੌਨਫੀਡੈਂਸ ਦੀ ਕਮੀ ਹੈ, ਖਰੇਜ ਦੀ ਕਮੀ ਹੈ। ਇਹ ਕਮੀ ਕਿਉਂ ਆਈ? ਫੌਜ ਦਾ ਸਭ ਤੋਂ ਵੱਡਾ ਹੱਟ ਹੁੰਦਾ ਜੀ ਜਨਰਲ, ਤੇ ਜਨਰਲ ਥੱਲੇ ਹੁੰਦਾ ਰਾਸ਼ਟਰਪਤੀ ਦੇ। ਜਦੋਂ ਰਾਸ਼ਟਰਪਤੀ ਆਪ ਹੀ ਭੱਜ ਗਿਆ ਤਾਂ ਫੌਜ ਦਾ ਦਿਮਾਗ ਖਰਾਬ ਵਿੱਚ ਲੜਦੀ ਫਿਰੇ। ਅਸ਼ਰਫ ਗਨੀ ਆਪ ਹੀ ਭੱਜ ਗਿਆ। ਕਮਾਂਡਰ ਹੈ ਉਹ ਫੌਜ ਦਾ, ਪ੍ਰੈਜ਼ੀਡੈਂਟ, ਉਹ ਆਪ ਜਾਂਦਾ ਅੱਗੇ। ਜਦੋਂ ਅਫਗਾਨਿਸਤਾਨ 'ਚ ਤਾਲਿਬਾਨ ਅਟੈਕ ਕਰਦਾ ਸੀ, ਉਹਦਾ ਫਰਜ਼ ਸੀ ਆਪਦੇ ਫੌਜੀਆਂ ਦਾ ਮੋਰਲ ਬੂਸਟ ਕਰਦਾ। ਉਹਨਾਂ ਨੂੰ ਕਹਿੰਦਾ ਯਾਰ ਮੈਂ ਨਾਲ ਖੜਾ ਤੁਹਾਡੇ। ਆਪ ਤਾਂ ਚੱਕ ਕੇ ਭੱਜ ਗਿਆ ਤੇ ਫੌਜ ਦਾ ਦਿਮਾਗ ਖਰਾਬ ਲੜੀ ਜਾਵੇ ਕੱਲੀ। ਰਾਜਾ ਭੱਜ ਗਿਆ ਤੇ ਸੈਨਾਪਤੀ ਲੜੀ ਜਾਵੇ। ਵਾਹ ਜੀ ਵਾਹ। ਤੀਜਾ ਕਾਰਨ ਆਪਾਂ ਸਮਝੀਏ ਜੀ। ਤੀਜਾ ਕਾਰਨ ਇਹ ਹੈ ਜੀ, ਇਹਨਾਂ ਦੀ ਜਿਹੜੀ ਫੌਜ ਹੈ, ਉਹ ਫੌਜ ਦਾ ਕਿਤੇ ਨਾ ਕਿਤੇ ਸੌਫਟ ਕੋਰਨਰ ਵੀ ਹੈ ਤਾਲਿਬਾਨ ਦੀ। ਉਹਨਾਂ ਨੂੰ ਇਹ ਲੱਗਦਾ ਵੀ ਸਾਡੇ ਆਪਦੇ ਹੀ ਬੰਦੇ ਨੇ ਯਾਰ। ਚੌਥਾ ਕਾਰਨ, ਤਾਲਿਬਾਨ ਨੇ ਸਾਰੇ ਫੌਜ ਚੋਂ ਮੇਜਰ ਬੰਦਿਆਂ ਦੇ ਫੋਨ ਨੰਬਰ ਲੱਭ ਕੇ ਉਹਨਾਂ ਨੂੰ ਮੈਸੇਜ ਕੀਤਾ ਕਿ ਫੌਜੀ ਸਾਹਿਬ ਆ ਤੁਹਾਡੇ ਘਰ ਦਾ ਐਡਰੈਸ ਹੈ, ਆ ਤੁਹਾਡੇ ਪਰਿਵਾਰਕ ਮੈਂਬਰ ਨੇ, ਹੁਣ ਦੱਸੋ ਕਿਵੇਂ ਕਰਨਾ? ਜੇ ਲੜੋਗੇ ਤਾਂ ਤੁਹਾਡਾ ਪਰਿਵਾਰ ਮਾਰ ਦਾਂਗੇ। ਜਿਸ ਤਨ ਲਾਗੇ ਸੋਈ ਜਾਣਾ। ਜਦੋਂ ਪਰਿਵਾਰ ਦੀ ਗੱਲ ਆਉਂਦੀ ਤਾਂ ਬੰਦਾ ਟੋਲ ਜਾਂਦਾ ਜੀ, ਇਹ 'ਚ ਕੋਈ ਵੱਡੀ ਗੱਲ ਨਹੀਂ। ਫੌਜ ਨੂੰ ਗਾਲਾਂ ਕੱਢਣੀਆਂ ਬੜੀਆਂ ਸੌਖੀਆਂ, ਤਾਲਿਬਾਨ ਨੂੰ ਗਾਲਾਂ ਕੱਢਣੀਆਂ ਬੜੀਆਂ ਸੌਖੀਆਂ, ਪਰ ਉਹ ਸਿਚੁਏਸ਼ਨ ਉੱਥੇ ਕੁਝ ਹੋਰ ਹੈ। ਫੌਜ ਨੂੰ ਗਾਲਾਂ ਕੱਢਣੀਆਂ ਨਹੀਂ ਬਣਦੀਆਂ। ਕੋਈ ਸਿਚੁਏਸ਼ਨ ਹੋਊਗੀ। ਪੰਜ ਸ਼ੀਰ ਵਾਲਿਆਂ ਕੋਲੇ ਚਾਰ ਕੁਝ ਨਾ ਕੁਝ ਹੈਗਾ, ਤਾੜੇ ਬੈਠੇ। ਇਹਨਾਂ ਦੇ ਅੜਿਆਂ ਦਾ ਇੱਕ ਕਾਰਨ ਵੀ ਇੱਕ, ਇਹਨਾਂ ਕੋਲ ਮਸੂਦ ਦੀ ਲੈਗੇਸੀ ਹੈ। ਦੂਸਰੇ, ਇਹਨਾਂ ਕੋਲ ਹਥਿਆਰ ਨੇ। ਤੀਸਰਾ, ਇਹਨਾਂ ਕੋਲ ਅਮਰੁੱਲਾ ਸਾਲੇ, ਵਾਈਸ ਪ੍ਰੈਜ਼ੀਡੈਂਟ ਇਹਨਾਂ ਕੋਲ ਬੈਠਾ। ਵਾਈਸ ਪ੍ਰੈਜ਼ੀਡੈਂਟ ਜਦੋਂ ਆਪ ਉੱਥੇ ਬੈਠਾ ਤਾਂ ਉਹਨਾਂ ਦਾ ਮੋਰਲ ਬੂਸਟ ਹੁੰਦਾ, ਲੜਨ ਨੂੰ ਜੀ ਕਰਦਾ। ਤਾਂ ਜਦੋਂ ਅੱਜ ਦੇ ਤਾਲਿਬਾਨ ਦਾ ਆਪਾਂ ਦੇਖ ਲਿਆ, ਛੇਤੀ ਕਾਬਜ਼ ਹੋਣ ਦੇ ਆ ਕਾਰਨ ਸੀ। ਉਸ ਤੋਂ ਬਾਅਦ ਇੱਕ ਹੈਗਾ ਜੀ ਗਨੀ ਬਰਾਦਰ। ਗਨੀ ਬਰਾਦਰ ਉਹੀ ਗਨੀ ਬਰਾਦਰ ਹੈ ਜਿਹਨੇ ਮੁੱਲਾ ਉਮਰ ਨਾਲ ਰਲ ਕੇ ਤਾਲਿਬਾਨ ਨੂੰ ਬਣਾਇਆ ਸੀ। ਮਤਲਬ ਇਹ ਤਾਲਿਬਾਨ ਦਾ ਮੋਢੀ ਹੈ, ਸ਼ੁਰੂਆਤੀ। ਇਹ ਗਨੀ ਬਰਾਦਰ ਸੀ ਜੀ ਪਾਕਿਸਤਾਨ ਦੀ ਜੇਲ੍ਹ 'ਚ। 2018 'ਚ ਇਹਨੂੰ ਛੁਡਾ ਲਿਆ ਗਿਆ, ਅਮਰੀਕਾ ਦੇ ਕਹਿਣ ਤੇ ਛੱਡਿਆ ਗਿਆ। ਉਦੋਂ ਤੋਂ ਹੀ ਅਮਰੀਕਾ ਦੀ ਤੇ ਤਾਲਿਬਾਨ ਦੀ ਗੱਲਬਾਤ ਚੱਲੀ ਜਾਂਦੀ ਸੀ ਦੋਹਾ 'ਚ। ਇਹਨੂੰ ਕਹਿੰਦੇ ਦੋਹਾ ਮੀਟਿੰਗਸ। ਪਿਛਲੇ ਸਾਲ ਫਰਵਰੀ 2020 'ਚ ਮੀਟਿੰਗ ਸਿਰੇ ਚੜ ਗਈ ਤਾਂ ਫੈਸਲਾ ਕੀਤਾ ਗਿਆ। ਅਮਰੀਕਾ ਨੇ ਪਿਛਲੇ ਸਾਲ ਫਰਵਰੀ 'ਚ ਹੀ ਕਹਿਤਾ ਸੀ ਕਿ ਅਸੀਂ ਪੁੱਲ ਆਊਟ ਕਰਾਂਗੇ। ਤਾਲਿਬਾਨ ਨੂੰ ਪਤਾ ਸੀ ਇਹ ਜਾਣ ਵਾਲੇ, ਤਾਂ ਤਾਲਿਬਾਨ ਤਿਆਰੀ ਕਰਦਾ ਪਿਆ ਸੀ।
ਤਾਲਿਬਾਨ ਨੇ 2 ਸਾਲ ਕਿਉਂ ਲਾਏ ਮੀਟਿੰਗਾਂ 'ਚ 18 ਤੋਂ 2020 ਤੱਕ? ਯਾਰ ਉਹ ਤਿਆਰੀ ਕਰਦੇ ਪਏ ਸੀ, ਉਹਨਾਂ ਦਾ ਦਿਮਾਗ ਖਰਾਬ ਨਹੀਂ ਸੀ ਗਿਆ, ਐਵੇਂ 2 ਸਾਲ ਲਾਤੇ ਉਹਨਾਂ ਨੇ। ਅਮਰੀਕਾ ਕਹਾਣੀ ਨਹੀਂ ਸਮਝ ਪਾਇਆ, ਅਫਗਾਨਿਸਤਾਨ ਦੀ ਸਰਕਾਰ ਇਹ ਗੇਮ ਨਹੀਂ ਸਮਝ ਪਾਈ ਜਿਹੜੀ ਤਾਲਿਬਾਨ ਨੇ ਪਾਈ ਸੀ। ਗਨੀ ਬਰਾਦਰ, ਹੁਣ ਉਮੀਦ ਹੈ ਜੀ ਕਿ ਰਾਸ਼ਟਰਪਤੀ ਇਹ ਹੋਊਗਾ, ਦੇਖੋ ਹੁੰਦਾ ਕਿ ਨਹੀਂ, ਥੋੜੇ ਦਿਨਾਂ 'ਚ ਪਤਾ ਲੱਗ ਜਾਊ। ਇੱਕ ਹੈ ਜੀ ਆ ਸ਼ੇਰ ਸਤਾਨਿਕਜ਼ਾਈ, ਇਹ ਸ਼ੇਰ ਸਤਾਨਿਕਜ਼ਾਈ ਹੈਗਾ ਜੀ ਤਾਲਿਬਾਨ ਦਾ। ਇਹ ਪਹਿਲਾਂ ਹੁੰਦਾ ਸੀ ਅਫਗਾਨਿਸਤਾਨ ਦੀ ਮਿਲਟਰੀ 'ਚ, ਤੇ ਇਹਨੇ ਟ੍ਰੇਨਿੰਗ ਕੀਤੀ ਹੈ ਭਾਰਤ 'ਚ, ਕਿਉਂਕਿ ਭਾਰਤ ਅਫਗਾਨਿਸਤਾਨ ਦੇ ਬਹੁਤ ਸਾਰੇ ਮਿਲਟਰੀ ਅਫਸਰਾਂ ਨੂੰ ਟ੍ਰੇਨਿੰਗ ਦਿੰਦਾ ਹੈ। ਆਪਣੀ ਇੰਡੀਅਨ ਮਿਲਟਰੀ ਅਕੈਡਮੀ 'ਚ ਜਿਹੜੀ ਹੈ ਦੇਹਰਾਦੂਨ 'ਚ, ਉੱਥੇ ਇਹ ਮਾਨਾ ਪੁੱਤ ਟ੍ਰੇਨਿੰਗ ਕਰਦਾ ਰਿਹਾ। ਇਹਨੂੰ ਸਾਰਾ ਕੁਝ ਭਾਰਤ ਨੇ ਸਿਖਾਇਆ ਤੇ ਅੱਜ ਅਫਗਾਨਿਸਤਾਨ ਦੇ ਖਿਲਾਫ ਵਰਤੀ ਜਾਂਦਾ। ਸਿਖਾਇਆ ਤਾਂ ਸੀ ਵੀ ਭਾਈ ਅਫਗਾਨਿਸਤਾਨ ਦੇ ਹੱਕ 'ਚ ਭੁਗਤੀ, ਪਰ ਇਹ ਅਫਗਾਨਿਸਤਾਨ ਦੇ ਖਿਲਾਫ ਵਰਤੀ ਜਾਂਦਾ। ਚਲੋ ਅਗਲੇ ਦੀ ਮਰਜ਼ੀ। ਸ਼ੇਰ ਸਤਾਨਿਕਜ਼ਾਈ ਤੋਂ ਹੀ ਭਾਰਤ ਨੂੰ ਇੱਕ ਉਮੀਦ ਹੈ ਕਿ ਜਦੋਂ ਤਾਲਿਬਾਨ ਦਾ ਇੱਥੇ ਰਾਜ ਪੂਰਾ ਕਾਬਜ ਹੋ ਗਿਆ, ਕਿਉਂਕਿ ਅਜੇ ਪੂਰਾ ਕਾਬਜ ਨਹੀਂ ਹੋਇਆ, ਅਜੇ ਪੰਜਸ਼ੀਰ ਉਹਨਾਂ ਤੋਂ ਬਾਹਰ ਹੈ ਰਾਜ, ਅਜੇ ਟਾਈਮ ਲੱਗਣਾ ਹੈ। ਕਿਉਂਕਿ ਮੈਂ ਤੁਹਾਨੂੰ ਦੱਸਿਆ ਅਫਗਾਨਿਸਤਾਨ ਦੀ ਪਾਲਿਸੀ ਹੀ ਐਵੇਂ ਦੀ ਹੈ, ਪੋਲਿਟਿਕਸ ਹੀ ਐਵੇਂ ਦੀ ਹੈ ਕਿ ਉੱਥੇ ਕਬਜ਼ਾ ਕਰਨਾ ਸੌਖਾ ਹੈ, ਪਰ ਕਬਜ਼ੇ ਨੂੰ ਬਰਕਰਾਰ ਰੱਖਣਾ ਬਹੁਤ ਔਖਾ। ਕਾਰਨ ਉਹੀ ਸੇਮ ਕਬੀਲੇ, ਹਿਲੀ ਏਰੀਆ, ਰਿਵੋਲਟ ਤੇ ਫੋਰਨ ਰੂਲ ਐਕਸੈਪਟ ਹੀ ਨਹੀਂ ਕਰਦੇ ਉਹ। ਠੀਕ ਹੈ ਜੀ। ਤਾਲਿਬਾਨ ਨੇ ਹੁਣ ਇੱਕ ਫੋਰਸ ਬਣਾਈ ਹੈ ਜੀ, ਫੋਰਸ ਦਾ ਨਾਮ ਹੈ ਬਾਦਰੀ 313। 313 ਉਹਨਾਂ ਦੀ ਬਟਾਲੀਅਨ ਦਾ ਨਾਮ ਹੈ ਜੀ। ਪਰ ਬਾਦਰੀ 313 ਹੀ ਨਾਮ ਕਿਉਂ ਰੱਖਿਆ ਗਿਆ? ਇਹਦੇ ਪਿੱਛੇ ਇੱਕ ਕਹਾਣੀ ਹੈ। ਮੁਹੰਮਦ ਸਾਹਿਬ ਦੀ ਜੀ ਜੰਗ ਹੋਈ ਸੀ, ਜੰਗ ਹੋਈ ਸੀ 13 ਮਾਰਚ 2624 ਨੂੰ, ਮਤਲਬ ਲਗਭਗ ਅੱਜ ਤੋਂ 1400 ਸਾਲ ਪਹਿਲਾਂ ਦੀ ਗੱਲ ਹੈ। ਇਹਨੂੰ ਇਸਲਾਮ ਦੀ ਪਹਿਲੀ ਜੰਗ ਕਿਹਾ ਜਾਂਦਾ ਹੈ। ਤੇ 313 ਕਿਉਂ? 313 ਮੁਹੰਮਦ ਸਾਹਿਬ ਦੇ ਨਾਲ ਲੜਨ ਵਾਲੇ, ਮੁਹੰਮਦ ਸਾਹਿਬ ਦੇ ਹੱਕ 'ਚ ਲੜਨ ਵਾਲੇ ਬੰਦੇ 313 ਸੀ, ਤੇ ਸਾਹਮਣੇ ਵਾਲਿਆਂ ਕੋਲ 1000 ਤੋਂ 1500 ਦੀ ਫੌਜ ਸੀ। ਮੁਹੰਮਦ ਸਾਹਿਬ ਕੋਲੇ 313, ਸਾਹਮਣੇ 1000 ਤੋਂ 1500। ਜਿਹੜੇ ਮੁਹੰਮਦ ਸਾਹਿਬ ਨਾਲ ਬੰਦੇ ਸੀ ਉਹਨਾਂ ਕੋਲੇ ਬੜੇ ਮਾਮੂਲੀ ਜਿਹੇ ਹਥਿਆਰ, ਤੇ ਕਈਆਂ ਕੋਲੇ ਕੁਝ ਵੀ ਨਹੀਂ ਸੀ, ਦੂਜਿਆਂ ਕੋਲੇ ਬੜੇ ਐਡਵਾਂਸ ਹਥਿਆਰ। ਤਾਂ ਇਹ ਇਸਲਾਮ ਦੀ ਪਹਿਲੀ ਜੰਗ ਹੈ ਤੇ ਪਹਿਲੀ ਜਿੱਤ ਹੈ। ਇਹ ਬਾਦਰੀ ਜਿਹੜਾ ਸ਼ਹਿਰ ਹੈ ਜੀ, ਇਹ ਮੱਕੇ ਤੇ ਮਦੀਨੇ ਦੇ ਵਿਚਾਲੇ ਆਉਂਦਾ ਹੈ। ਮੈਪ 'ਚ ਤੁਹਾਨੂੰ ਮੈਂ ਸ਼ੋਅ ਕਰ ਦੂੰਗਾ, ਮੱਕੇ ਤੇ ਮਦੀਨੇ ਦੇ ਵਿਚਾਲੇ ਆਉਂਦਾ ਹੈ। ਕਿੱਥੇ? ਸਾਊਦੀ ਅਰੇਬੀਆ। ਤਾਂ ਇਸ ਨਾਮ ਤੇ ਆਪਦੀ ਐਲੀਟ ਕਮਾਂਡੋ ਫੋਰਸ ਬਣਾਈ ਹੈ ਜੀ ਤਾਲਿਬਾਨ ਨੇ। ਕੀ ਹੈ ਇਹਨਾਂ ਕੋਲੇ? ਆਰਮਡ ਹੰਬੀ, ਜਿਹੜਾ ਅਮਰੀਕਾ ਆਪਦੀਆਂ ਗੱਡੀਆਂ ਛੱਡ ਗਿਆ ਤਗੜੀਆਂ, ਉਹ ਤਾਲਿਬਾਨ ਨੇ ਕਬਜ਼ਾ ਕਰ ਲਿਆ। ਹੋਰ ਕੀ ਹੈ ਜੀ ਇਹਨਾਂ ਕੋਲ? ਟੈਕਟੀਕਲ ਨੀ ਪੈਡ, ਠੀਕ ਹੈ ਜੀ, ਆਰਮਰ, ਟੈਕਨੀਕਲ ਹੈਲਮਟ ਵਿਦ ਨਾਈਟ ਵਿਜ਼ਨ ਗਲਾਸਿਸ, M4 ਰਾਈਫਲ। M4 ਰਾਈਫਲ ਉਹ ਰਾਈਫਲ ਹੈ ਜੀ ਜਿਹਨੇ ਅੱਜ ਦੀ ਡੇਟ 'ਚ AK-47 ਨੂੰ ਰਿਪਲੇਸ ਕਰਤਾ। ਹੁਣ ਤੱਕ ਦੁਨੀਆ ਦੀ ਸਭ ਤੋਂ ਤਗੜੀ ਬੰਦੂਕ AK-47 ਮੰਨੀ ਜਾਂਦੀ ਸੀ, ਕਾਰਨ ਉਹ ਮੇਨਟੇਨੈਂਸ ਹੀ ਨਹੀਂ ਮੰਗਦੀ। AK-47 ਨੂੰ ਗਟਰ 'ਚ ਸੈੱਟ ਸਾਲ ਬਾਅਦ ਕੱਢ ਕੇ ਝਾੜ ਕੇ ਚਲਾਈ, ਉਵੇਂ ਚੱਲੂਗੀ ਮਲਾਈ ਵਾਂਗੂ। ਪਰ ਅੱਜ ਉਹਨੂੰ ਰਿਪਲੇਸ ਕਰਤਾ ਹੈ ਜੀ M4 ਨੇ। ਇੰਡੀਆ ਵੀ ਕੋਸ਼ਿਸ਼ ਕਰੀ ਜਾਂਦਾ ਹੈ ਕਿ ਸਾਡੇ ਕੋਲ M4 ਹੋਵੇ। ਕੁਝ ਹੱਦ ਤੱਕ ਆਪਣੀ ਫੋਰਸ 'ਚ M4 ਆ ਚੁੱਕੀ ਹੈ, ਤੇ ਇਹਨਾਂ ਕੋਲੇ ਅੱਜ ਸਾਰਾ ਕੁਝ ਲੇਟੈਸਟ ਹੈ ਜੀ। ਟੈਕਟੀਕਲ ਰੇਡੀਓ, ਟੈਕਟੀਕਲ ਨੀ ਪੈਡ, ਆਰਮਰ, ਹੈਲਮਟ, ਨਾਈਟ ਵਿਜ਼ਨ, ਆਰਮਡ ਹਮੀ, M4 ਰਾਈਫਲ। ਠੀਕ ਹੈ, ਆ ਤਰੀਕੇ ਤਾਲਿਬਾਨ ਦੀ ਆਪਾਂ ਗੱਲ ਕਰ ਲਈ, ਛੱਡ ਦੋ ਇਹਨੂੰ। ਹੁਣ ਆ ਜਾਓ ਜੀ ਇਸ਼ੂ ਤੇ ਰਿਫਿਊਜੀਆਂ ਤੇ। ਹੁਣ ਜਦੋਂ ਉੱਥੇ ਅਟੈਕ ਹੋਣਾ ਹੈ ਤਾਂ ਉੱਥੋਂ ਰਿਫਿਊਜੀ ਭੱਜਣੇ ਆ, ਤੇ ਰਿਫਿਊਜੀ ਵਿਚਾਰੇ ਜਾਣਗੇ ਕਿੱਥੇ? ਇੱਕ ਕਨਵੈਨਸ਼ਨ ਹੋਈ ਸੀ ਜੀ ਰਿਫਿਊਜੀਆਂ ਤੇ 1951 ਵਿੱਚ, 1951 ਦੇ ਵਿੱਚ। ਬਾਅਦ 'ਚ ਇੱਕ ਪ੍ਰੋਟੋਕੋਲ ਆਇਆ ਸੀ 1967 ਦੇ ਵਿੱਚ, ਇੰਡੀਆ ਨੇ ਦੋਨੇ ਸਾਈਨ ਕੀਤੇ। ਰਿਫਿਊਜੀ ਨੂੰ ਪਲੀਜ਼ ਕਨਫਿਊਜ਼ ਨਾ ਕਰਿਓ ਇੰਟਰਨਲੀ ਡਿਸਪਲੇਸਡ ਪਰਸਨ, ਮਤਲਬ ਦੇਸ਼ ਦੇ ਅੰਦਰ ਜਿਹੜਾ ਰਿਫਿਊਜੀ ਹੁੰਦਾ ਹੈ ਜੀ, ਇੱਕ ਦੇਸ਼ ਤੋਂ ਦੂਜੇ ਦੇਸ਼। ਤੇ ਰਿਫਿਊਜੀ ਦੀ ਡੈਫੀਨੇਸ਼ਨ 'ਚ 2-3 ਕੀਵਰਡਸ ਨੇ, ਜਿਵੇਂ ਇੱਕ ਤਾਂ ਫੋਰਸਡ ਫਲੀ, ਉਹਨੂੰ ਧੱਕੇ ਨਾਲ ਭਜਾਇਆ ਜਾਣਾ ਚਾਹੀਦਾ। ਕਾਹਦੇ ਨਾਲ? ਵਾਇਲੈਂਸ ਨਾਲ, ਵਾਰ ਨਾਲ,
ਜਾਂ ਕ੍ਰਾਈਮ ਦਾ, ਕਿਵੇਂ ਵੀ, ਪਰ ਫੋਰਸਡ ਫਲੀ ਹੋਣੀ ਚਾਹੀਦੀ ਹੈ, ਧੱਕੇ ਨਾ ਭਜਾਇਆ ਤੇ ਬਾਰਡਰ ਟੱਪਿਆ ਹੋਣਾ ਚਾਹੀਦਾ। ਠੀਕ ਹੈ ਜੀ, ਇੰਟਰਨਲੀ ਡਿਸਪਲੇਸਡ ਬੰਦਾ ਧੱਕੇ ਨਾਲ ਤਾਂ ਭਜਾਇਆ ਪਰ ਦੇਸ਼ ਦੀ ਹੱਦ ਦੇ ਵਿੱਚ। ਪਰ ਮਾਈਗ੍ਰੈਂਟ ਕੀ ਹੈ? ਮਾਈਗ੍ਰੈਂਟ ਆਪਦੀ ਮਰਜ਼ੀ ਨਾਲ ਗਿਆ। ਯੂਪੀ ਵਾਲੇ ਕੰਮ ਕਰਨ ਜਿਵੇਂ ਪੰਜਾਬ ਚ ਆਉਂਦੇ, ਉਹ ਮਾਈਗ੍ਰੈਂਟਸ ਨੇ। ਕਿੰਨੇ ਵਰਡ ਕਲੀਅਰ ਹੋ ਗਏ? ਠੀਕ ਹੈ। ਦੁਨੀਆ ਦੇ ਵਿੱਚ ਅੱਜ 8 ਕਰੋੜ ਦੇ ਕਰੀਬ ਰਿਫਿਊਜੀ ਨੇ ਜੀ, 8 ਕਰੋੜ। ਇਹਨਾਂ 'ਚ ਅਮਰੀਕਾ ਦੀਆਂ, ਰਸ਼ੀਆ ਦੀਆਂ ਜੰਗਾਂ ਦਾ ਕੋਈ ਹਾਲ ਨਹੀਂ, ਕੋਈ ਯੋਗਦਾਨ ਨਹੀਂ ਇਹਨਾਂ ਦਾ। ਬਹੁਤ ਵੱਡਾ ਯੋਗਦਾਨ ਹੈ ਜਿਹੜਾ ਸੀਰੀਆ ਦੇ ਵਿੱਚ ISI ਨੇ ਗੰਦ ਪਾਇਆ, ਉਹਦੇ ਕਰਕੇ ਬਹੁਤ ਬੰਦੇ ਡਿਸਪਲੇਸ ਹੋਏ। ਜਿਹੜਾ ਅਫਗਾਨਿਸਤਾਨ ਦੇ ਵਿੱਚ ਹੋਇਆ, ਉਹਦੇ ਕਰਕੇ ਬਹੁਤ ਬੰਦੇ ਡਿਸਪਲੇਸ ਹੋਏ। ਅੱਜ ਵੀ ਪਾਕਿਸਤਾਨ ਦੇ ਵਿੱਚ ਬਹੁਤ ਵੱਡਾ ਰਿਫਿਊਜੀ ਕੈਂਪ ਹੈ, ਨੋਨ ਐਜ਼ ਪੇਸ਼ਾਵਰ ਕੈਂਪ। ਠੀਕ ਹੈ ਜੀ, ਪੇਸ਼ਾਵਰ ਕਿੱਥੇ ਹੈ? ਕਾਬੁਲ ਤੋਂ ਥੋੜੀ ਜਿਹੀ ਉਰਾਂ ਆਓ, ਤੁਹਾਨੂੰ ਪੇਸ਼ਾਵਰ ਮਿਲ ਜੂਗਾ ਮੈਪ 'ਚ ਦੇਖਿਓ। ਕਾਬੁਲ ਤੋਂ ਜਲਾਲਾਬਾਦ ਆਓ, ਜਲਾਲਾਬਾਦ ਤੋਂ ਪੇਸ਼ਾਵਰ ਆ ਜਾਓ। ਤੇ ਪੇਸ਼ਾਵਰ ਤੋਂ ਜੇ ਕਾਬੁਲ ਤੁਸੀਂ ਜਾਣਾ, ਤੁਹਾਨੂੰ ਟੱਪਣਾ ਕਿੱਥੋਂ ਪਊਗਾ? ਖੈਬਰ ਦਰਰੇ ਤੋਂ। ਦੁਨੀਆ ਦੇ 68% ਰਿਫਿਊਜੀ ਸਿਰਫ ਤੇ ਸਿਰਫ 5 ਦੇਸ਼ਾਂ ਤੋਂ ਨੇ। ਕਿਹੜੇ ਕਿਹੜੇ ਨੇ ਉਹ 5 ਦੇਸ਼? ਪਹਿਲੇ ਤਾਂ ਸੀਰੀਆ ਹੀ ਹੈ ਜੀ, ਫਿਰ ਵੈਨੇਜ਼ੁਏਲਾ, ਫਿਰ ਅਫਗਾਨਿਸਤਾਨ ਹੈ, ਫਿਰ ਸੁਡਾਨ ਹੈ, ਫਿਰ ਮਿਆਂਮਾਰ ਹੈ। ਸਿਰਫ 5 ਦੇਸ਼ਾਂ ਚੋਂ ਦੁਨੀਆ ਦਾ 68%, ਮੋਟਾ ਮੋਟਾ 70% ਫੜ ਲਓ। ਰਿਫਿਊਜੀਆਂ ਦੇ ਫਾਇਦੇ ਕੀ ਕੀ ਨੇ ਜੀ? ਰਿਫਿਊਜੀਆਂ ਦੇ ਫਾਇਦੇ ਇਹ ਹੈ ਜੀ, ਰਿਫਿਊਜੀ ਪ੍ਰੋਨ ਟੂ ਰਿਸਕ ਹੁੰਦੇ, ਕਿਉਂ ਗਵਾਉਣ ਨੂੰ ਕੁਛ ਹੈ ਨਹੀਂ, ਖਾਲੀ ਹੱਥ ਆਏ, ਸਸਤੀ ਲੇਬਰ ਮਿਲ ਜਾਂਦੀ ਹੈ। ਠੀਕ ਹੈ ਜੀ। ਹੋਰ ਕੁਛ ਕਰਦੇ ਕਿ ਨਹੀਂ ਕਰਦੇ? ਕਰਦੇ ਕਿਉਂ ਨਹੀਂ ਕਰਦੇ? ਅਮਰੀਕਾ ਦੇਖ ਲਓ, ਅੱਜ ਅਮਰੀਕਾ ਦਾ CEO ਕੌਣ ਹੈ? ਇੰਡੀਆ ਦਾ, ਪਰ ਉਹ ਰਿਫਿਊਜੀ ਨਹੀਂ ਗਾ, ਮਾਈਗ੍ਰੈਂਟ ਹੈ। ਠੀਕ ਹੈ ਜੀ, ਮਾਈਗ੍ਰੈਂਟਸ ਦੀ ਗੱਲ ਕਰ ਲਈ। ਹੋਰ ਮਾਈਗ੍ਰੈਂਟਸ ਦਾ ਕੋਈ ਫਾਇਦਾ? ਨਿਊਯਾਰਕ 'ਚ ਅੱਜ ਵੀ ਦੇਖ ਲਓ 90% ਟੈਕਸ ਚਲਾਉਣ ਵਾਲੇ ਭਾਰਤੀ ਆ। ਸਾਰੇ ਅਮਰੀਕਾ 'ਚ ਅੱਜ ਵੀ ਦੇਖ ਲਓ ਜਿਹੜੇ 50% ਮੋਟੈਲ ਨੇ ਨਾ, ਮੋਟੈਲ ਹੁੰਦਾ, ਹੋਟਲ ਹੁੰਦਾ ਜੀ ਸ਼ਹਿਰ ਦੇ ਵਿੱਚ। ਮੋਟੈਲ ਉਹਨੂੰ ਕਿਹਾ ਜਾਂਦਾ ਜਿਹੜਾ ਆਊਟਸਕਰਟਸ ਦੇ ਵਿੱਚ ਅਮਰੀਕਾ ਦੇ। ਆਊਟਸਕਰਟਸ ਮਤਲਬ ਸ਼ਹਿਰ ਦੇ ਦੂਰ ਦਰਾਜ ਇਲਾਕੇ 'ਚ, ਤੇ ਉੱਥੇ ਸੌਣ ਦੀ ਤੇ ਗੱਡੀ ਖੜਾਉਣ ਦੀ ਥਾਂ ਹੋਵੇ ਤਾਂ ਉਹਨੂੰ ਮੋਟੈਲ ਕਹਿ ਦਿੰਦੇ ਆ। 50% ਅਮਰੀਕਾ ਦੇ ਮੋਟੈਲਸ ਇੰਡੀਆ ਦੇ ਗੁਜਰਾਤ ਦੇ ਪਟੇਲਾਂ ਕੋਲ ਨੇ। ਤੇ 1970 ਚ ਉੱਥੇ ਗਏ ਸੀ ਜਦੋਂ ਅਮਰੀਕਾ ਦੀ ਇਕਨੋਮੀ ਤਾਂ ਥੱਲੇ ਡਿੱਗੀ ਪਈ, ਕਿਉਂਕਿ ਵਰਲਡ ਦੇ ਵਿੱਚ ਆਇਲ ਕ੍ਰਾਈਸਿਸ ਚੱਲੀ ਜਾਂਦਾ ਸੀ। 1970s ਦੀ ਗੱਲ ਹੈ। 1973-74 ਦੇ ਵਿੱਚ ਤੇਲ ਦੇ ਪ੍ਰਾਈਸ ਅਸਮਾਨ ਨੂੰ ਲੱਗੇ ਹੋਏ ਸੀ, ਇਕਨੋਮੀ ਥੱਲੇ ਡਿੱਗੀ ਹੋਈ ਸੀ। ਉਦੋਂ ਅਮਰੀਕਾ 'ਚ ਗਏ, ਵਿਆਜ ਤੇ ਲੈ ਕੇ ਉਹਨਾਂ ਨੇ ਕੰਮ ਕੀਤਾ। ਉਹ ਕਹਿੰਦੇ ਅਸੀਂ ਕਾਮਯਾਬ ਕਿਉਂ ਹੋਏ? ਕਿਉਂਕਿ ਸਾਨੂੰ ਆਪ ਨੂੰ ਰਹਿਣ ਵਾਸਤੇ ਵੀ ਘਰ ਤਾਂ ਲੈਣਾ ਪੈਣਾ ਸੀ। ਅਸੀਂ ਛੋਟਾ ਜਿਹਾ ਹੋਟਲ ਲੈ ਲਿਆ, ਉਹ 'ਚ ਕਮਰਾ ਲੈ ਕੇ ਆਪ ਰਹਿਣ ਲੱਗ ਗਏ। ਕਹਿੰਦੇ ਸਾਨੂੰ ਪਤਾ ਸੀ ਅੱਜ ਨਹੀਂ, ਕੱਲ ਨਹੀਂ, ਪਰਸੋਂ ਨਹੀਂ, ਚੌਥੇ ਨਹੀਂ, ਦੇਸ਼ ਦੀ ਇਕਨੋਮੀ ਤਾਂ ਦੁਬਾਰੇ ਉੱਤੇ ਜਾਣੀ ਹੈ। ਦੁਬਾਰੇ ਉੱਤੇ ਜਾਊਗੀ ਤਾਂ ਲੋਕ ਘੁੰਮਣਾ ਸ਼ੁਰੂ ਕਰਨਗੇ ਤਾਂ ਸਾਡੇ ਕੋਲ ਰਹਿਣਗੇ। ਦਿਮਾਗ ਗੁਜਰਾਤੀ ਲਾ ਸਕਦੇ, ਪੰਜਾਬੀ ਬੰਦਾ ਇੰਨਾ ਦਿਮਾਗ ਲਾ ਹੀ ਨਹੀਂ ਸਕਦਾ ਕਦੇ। ਫਿਰ ਮਾਈਗ੍ਰੈਂਟਸ ਦੇ ਪੰਗੇ ਜੀ, ਪੰਗੇ ਇਹ ਹੋ ਸਕਦਾ ਕੋਈ ਆਉਣ ਵਾਲਾ ਕ੍ਰਿਮੀਨਲ ਆ ਜੀ। ਹੋਰ ਕੋਈ ਨੁਕਸਾਨ? ਸਾਡੇ ਦੇਸ਼ 'ਚ ਪਹਿਲਾਂ ਹੀ ਪੋਪੂਲੇਸ਼ਨ ਬਹੁਤ ਹੈ ਜੀ, ਕੋਈ ਨਵਾਂ ਆ ਗਿਆ ਉਹਨੂੰ ਰੱਖਾਂਗੇ ਕਿੱਥੇ? ਹੋਰ ਕੋਈ ਨੁਕਸਾਨ? ਹੋਰ ਕੋਈ ਨੁਕਸਾਨ ਇਹ ਹੀ ਨਹੀਂ, ਆਹੀ ਕੁਛ ਹੈ। ਠੀਕ ਹੈ। ਤੇ ਇੰਡੀਆ ਨੇ ਤਾਂ ਪਿੱਛੇ ਜੇ NRC ਤੇ CAA ਐਕਟ ਪਾਸ ਕੀਤਾ ਸੀ। NRC ਦੇ ਵਿੱਚ ਇਹਨਾਂ ਨੇ ਕਿਹਾ ਕੀ ਸੀ? ਪਰਾਂ ਤੋਂ ਬੰਦੇ ਕੱਢ ਦਾਂਗੇ ਅਸਾਮ ਵਾਲੇ ਪਾਸੇ। ਠੀਕ ਹੈ ਜੀ। CAA ਚੋਂ ਕੀ ਕਿਹਾ ਸੀ ਇਹਨਾਂ ਨੇ? ਪਾਕਿਸਤਾਨ, ਅਫਗਾਨਿਸਤਾਨ ਮਤਲਬ ਇੰਡੀਆ ਦੇ ਗਵਾਂਢੀ ਦੇਸ਼ਾਂ ਚੋਂ ਅਦਰ ਦੈਨ ਮੁਸਲਿਮ ਕੋਈ ਵੀ ਸਾਡੇ ਦੇਸ਼ 'ਚ ਆ ਸਕਦਾ ਹੈ। ਇਹਦਾ ਮਤਲਬ ਅੱਜ ਹਿੰਦੂ ਤੇ ਸਿੱਖ ਸਾਰੇ ਅਫਗਾਨਿਸਤਾਨ ਤੋਂ ਇੱਥੇ ਬੁਲਾਉਂਗੇ। ਜੇ ਬੁਲਾਉਂਗੇ ਤਾਂ ਕੀ ਗਰੰਟੀ ਹੈ ਉਹਨਾਂ 'ਚ ਕੋਈ ਤਾਲਿਬਾਨ ਦਾ ਬੰਦਾ ਹਿੰਦੂ ਬਣ ਕੇ, ਸਿੱਖ ਬਣ ਕੇ ਨਹੀਂ ਆ ਜਾਊਗਾ? ਚਲੋ ਇਹ ਆਉਣ ਵਾਲੇ ਟਾਈਮ 'ਚ ਪਤਾ ਲੱਗੂਗਾ, ਪਰ ਇਹ ਸੰਭਾਵਨਾ ਅੱਜ ਆਪਣੇ ਸਾਹਮਣੇ ਜਿੰਦੀ ਖੜੀ ਹੈ। CAA ਦਾ ਨਤੀਜਾ ਕੀ ਹੁੰਦਾ ਆਪਾਂ ਨੂੰ ਆਉਣ ਵਾਲੇ ਟਾਈਮ 'ਚ ਛੇਤੀ ਪਤਾ ਲੱਗ ਜਾਣਾ। ਛੇਤੀ ਦਾ ਇਨ ਦਾ ਸੈਂਸ ਇਹ ਨਹੀਂ ਹੁੰਦਾ ਤੁਸੀਂ 4 ਦਿਨਾਂ ਨੂੰ ਮੈਨੂੰ ਦੁਬਾਰੇ ਮੈਸੇਜ ਕਰਕੇ ਪੁੱਛੋ ਵੀ ਦੱਸ। ਛੇਤੀ ਦਾ ਮਤਲਬ ਇਹਨਾਂ ਚੀਜ਼ਾਂ 'ਚ ਹਿਸਟੋਰੀਕਲ ਮੀਨਿੰਗਸ 'ਚ ਮਤਲਬ 2 ਸਾਲਾਂ ਨੂੰ 3 ਸਾਲਾਂ ਨੂੰ ਪਤਾ ਲੱਗ ਜੂਗਾ। ਰਿਫਿਊਜੀਆਂ ਦੀ ਵੀ ਗੱਲ ਹੋ ਗਈ। ਹੁਣ ਯੂਪੀ ਦੇ ਅੰਦਰ ਜੀ ATS ਬਣਾਈ ਗਈ ਹੈ, ਐਂਟੀ ਟੈਰਰਿਸਟ ਸਕੁਆਡ। ਇਹ ਬਣਾਈ ਕਿਉਂ ਗਈ ਤੇ ਬਣਾਈ ਕਿੱਥੇ ਗਈ? ਇਹ ਬਣਾਈ ਗਈ ਜੀ ਡਿਸਟ੍ਰਿਕਟ ਸਹਾਰਨਪੁਰ ਦੇ ਇੱਕ ਟਾਊਨ 'ਚ, ਕਸਬੇ 'ਚ, ਨਾਮ ਹੈ ਦਿਓਬੰਦ। ਮੈਪ ਉੱਤੇ ਦੇਖ ਲਓ, ਯੂਪੀ ਦੇ ਜਮਾਂ ਨੁੱਕਰ 'ਚ ਜਾ ਕੇ ਸਹਾਰਨਪੁਰ ਪੈਂਦਾ ਹੈ। ਇਹਦਾ ਬਾਰਡਰ ਲੱਗਦਾ ਹਰਿਆਣੇ ਨਾਲ ਤੇ ਉੱਤਰਾਖੰਡ ਨਾਲ। ਸਹਾਰਨਪੁਰ ਦੇ ਵਿੱਚ ਇੱਕ ਜਗ੍ਹਾ ਦਿਓਬੰਦ। ਇੱਥੇ ਕਿਉਂ ਬਣਾਇਆ ਗਿਆ?
ਇਹ ਹੁਣ ਸਮਝਾਉਣਾ। ਇਹਦੇ ਵਿੱਚ ਕਈ ਮਦਰਸੇ ਨੇ, ਇੱਥੇ ਕਿਹਾ ਜਾਂਦਾ ਹੈ ਕਿ 300 ਤੋਂ ਵੱਧ ਮਦਰਸੇ ਨੇ, 300 ਤੋਂ ਜ਼ਿਆਦਾ ਮਦਰਸੇ ਨੇ ਇੱਥੇ, ਤੇ ਉਹ 'ਚ 6000 ਤੋਂ ਉੱਤੇ ਜਵਾਕ। ਜੇ ਆਪਾਂ ਸਭ ਤੋਂ ਪ੍ਰੋਮੀਨੈਂਟ ਤੇ ਸਭ ਤੋਂ ਪੁਰਾਣਾ ਦੇਖੀਏ ਤਾਂ ਉਹ ਹੈਗਾ ਦਾਰੁਲ ਉਲੂਮ ਦੇਵਬੰਦ। ਦਾਰੁਲ ਉਲੂਮ ਦੇਵਬੰਦ ਇਹ ਬਣਿਆ ਸੀ ਜੀ 1886 ਦੇ ਵਿੱਚ। ਤਾਂ ਦੇਖ ਲਓ ਕਿੰਨਾ ਪੁਰਾਣਾ। ਇੱਥੇ ਵੀਅਤਨਾਮ ਤੋਂ, ਇੰਡੋਨੇਸ਼ੀਆ ਤੋਂ, ਬੰਗਲਾਦੇਸ਼ ਪੜ੍ਹਨ ਵਾਸਤੇ ਬੱਚੇ ਆਉਂਦੇ ਨੇ। ਪਰ ਯਾਰ ਇਹ ਤਾਂ ਪੜ੍ਹਨ ਵਾਸਤੇ ਆਉਂਦੇ ਨੇ, ਇੱਥੇ ਇਤਿਹਾਸ ਦੀ ਕੀ ਲੋੜ ਹੈ? ਲੋੜ ਆ ਲੋ ਜੀ, ਤਾਲਿਬਾਨ ਦੀ ਦੇਣ ਹੈ। ਤਾਲਿਬਾਨ ਦੇਵਬੰਦ ਸਕੂਲ ਆਫ ਥਾਟ ਨਾਲ ਕਨੈਕਟਡ ਹੈ। ਦੇਵਬੰਦ ਵਿਚਾਰਧਾਰਾ ਤਾਲਿਬਾਨ ਦੀ, ਐਸੇ ਕਰਕੇ ਯੂਪੀ ਦੀ ਗਵਰਨਮੈਂਟ ਨੂੰ ਇਹ ਡਰ ਹੈ ਕਿ ਤਾਲਿਬਾਨ ਇੱਥੇ ਵੀ ਸ਼ੁਰੂ ਨਾ ਹੋ ਜਾਏ ਦੁਬਾਰੇ, ਕਿਉਂਕਿ ਤਾਲਿਬਾਨ ਤੇ ਇਹਨਾਂ ਦਾ ਸਕੂਲ ਆਫ ਥਾਟ ਦੋਨਾਂ ਦਾ ਦੇਵਬੰਦ ਹੈ। ਤਾਲਿਬਾਨ ਦਾ ਵੀ ਦੇਵਬੰਦ ਹੈ, ਇਹ ਵੀ ਦੇਵਬੰਦ ਹੈ। ਤੇ ਇਸ ਕਰਕੇ ਯੂਪੀ ਗਵਰਨਮੈਂਟ ਨੇ ਪ੍ਰੋਐਕਟਿਵ ਐਕਸ਼ਨ ਲੈਂਦਿਆ ਹੋਇਆ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਅ ਕਿਉਰ, ਕਿ ਬਾਅਦ ਚ ਰੋਣ ਨਾਲੋਂ ਚੰਗਾ ਪਹਿਲਾਂ ਹੀ ਐਕਸ਼ਨ ਲੈ ਲਓ। ਪਰ ਇੱਥੇ ਆਪਾਂ ਇੱਕ ਗੱਲ ਕਰੀਏ ਜੀ, ਜੇ ਤਾਂ ਇਹ ਬਣੀ ਹੈ ਲੋਕਾਂ ਨੂੰ ਸਾਂਭਣ ਵਾਸਤੇ, ਲੋਕਾਂ ਦਾ ਖਿਆਲ ਰੱਖਣ ਵਾਸਤੇ, ਫਿਰ ਤੇ ਦਾ ਸਵਾਗਤ ਹੈ ਜੀ, ਸਿਰ ਮੱਥੇ। ਪਰ ਜੇ ਲੋਕਾਂ ਨੂੰ ਤੰਗ ਕਰੇ ਤਾਂ ਕੋਈ ਚੰਗੀ ਗੱਲ ਨਹੀਂ ਹੈ। ਇੱਕ ਗੱਲ ਯਾਦ ਰੱਖਿਓ, ਆਤੰਕਵਾਦ ਚ ਕੋਈ ਖੁਸ਼ ਹੋਇਆ ਬੰਦਾ ਨਹੀਂ ਜਾਂਦਾ, ਲੋਕੀ ਦੁਖੀ ਹੋਏ ਮਰੇ ਹੋਏ ਜਾਂਦੇ। ਜੇ ਇੱਥੇ ਇਹਨੇ ਕੰਮ ਲੋਕਾਂ ਨੂੰ ਗਲਤ ਕੀਤਾ, ਤੰਗ ਕੀਤਾ, ਤਾਂ ਉਵੇਂ ਤਾਲਿਬਾਨ ਆਵੇ ਨਾ ਆਵੇ, ਤੰਗ ਹੋ ਕੇ ਆ ਜਾਊ। ਤੰਗ ਹੋਇਆ ਬੰਦਾ ਬੰਦੂਕ ਚੱਕ ਲੈਂਦਾ। ਤਾਂ ਮੈਂ ਉਮੀਦ ਕਰਦਾ ਕਿ ਸਰਕਾਰ ਇਹੋ ਜਿਹਾ ਕੁਝ ਨਹੀਂ ਕਰੂਗੀ, ਸਰਕਾਰ ਚੰਗਾ ਕੰਮ ਹੀ ਕਰੂਗੀ। ਇਹਨਾਂ ਨੇ ਕੋਈ ਬਿਆਨ ਦਿੱਤਾ ਕਿ ਨਹੀਂ? ਦਾਰੁਲ ਉਲੂਮ ਦੇਵਬੰਦ ਨੇ ਇਹਨਾਂ ਨੇ ਕਿਹਾ ਜੀ ਵਾਇਲੈਂਸ ਔਨ ਦੀ ਨੇਮ ਆਫ ਗੋਡ ਇਜ਼ ਸ਼ੇਮਫੁਲ। ਐਡਾ ਵੱਡਾ ਬਿਆਨ ਇਹਨਾਂ ਦਾ ਆਇਆ ਕਿ ਤਾਲਿਬਾਨ ਟੈਰਰ ਕਰਦਾ ਹੈ, ਉਹ ਸ਼ੇਮਫੁਲ ਐਕਟ ਹੈ। ਇੱਕ ਸਾਥ ਨਹੀਂ ਦਿੱਤਾ ਇਹਨਾਂ ਨੇ। ਤੇ ਇਹਨਾਂ ਨਾਲ ਜਦੋਂ 1996 ਤੋਂ 2001 ਤੱਕ ਤਾਲਿਬਾਨ ਦਾ ਰਾਜ ਰਿਹਾ ਸੀ, ਉਦੋਂ ਵੀ ਨਿਊਯਾਰਕ ਟਾਈਮਜ਼ ਨੇ ਇਹਨਾਂ ਦੀ ਗੱਲ ਕੀਤੀ ਸੀ। ਇਸ ਕਰਕੇ ਪ੍ਰੋਐਕਟਿਵ ਐਕਸ਼ਨ ਲਿਆ ਗਿਆ। ਹੁਣ ਆ ਜਾਓ ਜੀ ਇੰਡੀਆ ਦੀ ਵਿਦੇਸ਼ ਨੀਤੀ ਤੇ। ਇੰਡੀਆ ਨੇ ਬਹੁਤ ਸਾਰਾ ਪੈਸਾ ਅਫਗਾਨਿਸਤਾਨ ਚ ਲਾ ਰੱਖਿਆ ਜੀ, ਇਸ ਗੱਲ ਵਿੱਚ ਕੋਈ ਦੋ ਰਾਏ ਨਹੀਂ। ਲਗਭਗ $3 ਬਿਲੀਅਨ ਇੰਡੀਆ ਨੇ ਉੱਥੇ ਲਾ ਰੱਖਿਆ। ਇੰਡੀਆ ਦੇ ਪ੍ਰੋਜੈਕਟ ਨੇ ਜੀ ਉੱਥੇ, ਕਿਹੜੇ ਪ੍ਰੋਜੈਕਟ ਨੇ? ਜ਼ੇਰਾਂਗ ਡੇਲਾਰਾਮ ਹਾਈਵੇ, ਉਹ ਹਾਈਵੇ ਜਿਹੜਾ ਸਾਨੂੰ ਜੋੜਦਾ ਹੈ ਚਬਾਰ ਪੋਰਟ ਨਾਲ। ਚਬਾਰ ਪੋਰਟ ਕਿਹੜਾ ਜੀ? ਚਬਾਰ ਪੋਰਟ ਹੈ ਈਰਾਨ ਦੇ ਵਿੱਚ। ਉਹ ਖੋਲਿਆ ਕਿਉਂ ਗਿਆ ਸੀ? ਕਿਉਂਕਿ ਅਸੀਂ ਕੁਝ ਵੀ ਜੇ ਅਫਗਾਨਿਸਤਾਨ ਤੋਂ ਲੈਣਾ ਤਾਂ ਪਾਕਿਸਤਾਨ ਦੇ ਥਰੂ ਤਾਂ ਲੈ ਨਹੀਂ ਸਕਦੇ, ਸਾਨੂੰ ਉੱਧਰੋਂ ਲੈਣਾ ਪਊ ਚਬਾਰ ਪੋਰਟ। ਪਰ ਜਿਹੜੀ ਸਾਡੀ ਚਬਾਰ ਤੋਂ ਤੇਲ ਵੀ ਸਾਡਾ ਹੋਣਾ ਤੇ ਅਫਗਾਨਿਸਤਾਨ ਤੋਂ ਸਮਾਨ ਨਾਲ ਲੈਣ ਦੇਣ, ਆਦਾਨ ਪ੍ਰਦਾਨ, ਗਿਵ ਐਂਡ ਟੇਕ ਹੋਣੀ ਹੈ। ਚਲੋ ਜੀ, ਦਿਲਾਰਾਮ ਜ਼ੇਰਾਂਗ ਦਿਲਾਰਾਮ ਰੋਡ ਹੋ ਗਿਆ ਜੀ, 218 ਕਿਲੋਮੀਟਰ ਦਾ ਇਹ ਰੋਡ ਹੈ। ਬਹੁਤ ਖਰਚਾ ਗਵਰਨਮੈਂਟ ਨੇ ਇੱਥੇ ਕੀਤਾ। ਉਸ ਤੋਂ ਬਾਅਦ ਸਲਮਾ ਡੈਮ ਹੈ ਜੀ, ਜਿਹਨੂੰ ਫਰੈਂਡਸ਼ਿਪ ਡੈਮ ਵੀ ਕਿਹਾ ਜਾਂਦਾ ਹੈ। ਇਹ ਡੈਮ ਕਿਉਂ ਬਣਾਇਆ ਗਿਆ? ਕਿਉਂਕਿ ਅਫਗਾਨਿਸਤਾਨ ਨੂੰ ਬਿਜਲੀ ਬਾਹਰੋਂ ਲੈਣੀ ਪੈਣੀ ਹੋਰ ਦੇਸ਼ਾਂ ਤੋਂ। ਤਾਂ ਇੰਡੀਆ ਨੇ ਤਾਂ ਬਣਾਇਆ ਕਿ ਅਫਗਾਨਿਸਤਾਨ ਸੈਲਫ ਡਿਪੈਂਡੈਂਟ ਹੋ ਜਾਏ, ਉਹਨੂੰ ਹੋਰ ਅੱਗੇ ਹੱਥ ਨਾ ਅੱਡਣਾ ਪਵੇ। ਹੋਰ ਕੀ ਹੈ ਜੀ? ਇੰਦਰਾ ਗਾਂਧੀ ਚਾਈਲਡ ਹਸਪੀਟਲ ਹੈ ਜੀ ਕਾਬੁਲ ਦੇ ਵਿੱਚ, ਠੀਕ ਹੈ ਜੀ, ਬੱਚਿਆਂ ਵਾਸਤੇ। ਹੋਰ ਕੁਝ ਹੈਗਾ ਜੀ? ਪਾਰਲੀਮੈਂਟ ਦੀ ਬਿਲਡਿੰਗ ਉਹਨਾਂ ਨੂੰ ਭਾਰਤ ਨੇ ਬਣਾ ਕੇ ਦਿੱਤੀ ਹੈ। ਉਹੀ ਪਾਰਲੀਮੈਂਟ ਦੀ ਬਿਲਡਿੰਗ ਜਿਹ 'ਚ ਹੁਣ ਡਰ ਲੱਗੀ ਜਾਂਦਾ ਕਿ ਤਾਲਿਬਾਨ ਨਵੇਂ ਜੀ ਭਾਰਤ ਨੇ ਬਣਾ ਕੇ ਦਿੱਤੀ। ਤੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਜੀ, ਅੱਜ ਦੀ ਡੇਟ 'ਚ ਤੁਹਾਨੂੰ ਕੀ ਲੱਗਦਾ ਹੈ ਕਿ ਇੰਡੀਆ ਦੀ ਪਾਲਿਸੀ, ਫੋਰਨ ਪਾਲਿਸੀ, ਵਿਦੇਸ਼ ਨੀਤੀ ਫੇਲ ਹੋਈ ਹੈ ਕਿ ਕਾਮਯਾਬ? ਅਗੇਨ ਮੈਂ ਉਹੀ ਗੱਲ ਕਹੂੰਗਾ, ਹਾਂ ਜਾਂ ਨਾ ਜਵਾਬ ਨਾ ਦਿਓ। ਜੇ ਹਾਂ ਤਾਂ ਕਿਉਂ ਹਾਂ, ਜੇ ਨਾ ਤਾਂ ਕਿਉਂ ਨਾ। ਇੱਥੇ ਮੈਂ ਤੁਹਾਨੂੰ ਦੱਸਿਆ ਸੀ ਜਦੋਂ ਸਾਡਾ ਜਹਾਜ਼ ਹਾਈਜੈਕ ਹੋਇਆ ਤਾਂ ਸਾਡੇ ਦੇਸ਼ ਦੇ ਉੱਥੇ ਅੰਬੈਸਡਰ ਸੀ ਵਿਵੇਕ ਕਾਟਜੂ, ਜਿਹੜੇ ਡੀਲ ਕਰਦੇ ਪਏ ਸੀ। ਆਹੀ ਵਿਵੇਕ ਕਾਟਜੂ ਸਾਹਿਬ ਦਾ ਹੁਣ ਫੇਰ ਬਿਆਨ ਆਇਆ, ਇਹ ਕਹਿੰਦੇ ਇੰਡੀਆ ਦੀ ਫੋਰਨ ਪਾਲਿਸੀ ਫੇਲ ਹੋ ਗਈ। ਕਾਰਨ ਇਹਨਾਂ ਨੇ ਦਿੱਤਾ, ਕਾਰਨ ਦੇਣਾ ਜ਼ਰੂਰੀ। ਕਾਰਨ ਇਹਨਾਂ ਨੇ ਦਿੱਤਾ ਹੈ ਕਿ ਜੀ ਇੰਡੀਆ ਨੇ ਆਪਦੇ ਸਾਰੇ ਹੀ ਪੱਤੇ ਇੱਕੋ ਬੰਦੇ ਦੇ ਹੱਥ 'ਚ ਕਰਤੇ। ਕਿਹਦੇ? ਅਸ਼ਰਫ ਗਨੀ ਦੇ, ਜਿਹੜਾ ਹੁਣ ਰਾਸ਼ਟਰਪਤੀ ਸੀ ਜੀ, ਜਿਹੜਾ ਭੱਜ ਗਿਆ ਨਾ ਡਰ ਕੇ ਹੁਣ ਤਾਲਿਬਾਨ ਤੋਂ, ਉਹਦੇ ਵੱਲ। ਇਹਨਾਂ ਦਾ ਕਹਿਣਾ ਹੈ ਜੀ ਵਿਵੇਕ ਕਾਟਜੂ ਦਾ ਕਿ ਇੰਟਰਨੈਸ਼ਨਲ ਰਿਲੇਸ਼ਨਸ ਦੇ ਵਿੱਚ ਜਜ਼ਬਾਤੀ ਨਹੀਂ ਹੋਣਾ ਚਾਹੀਦਾ, ਦੋਨੇ ਪਾਰਟੀਆਂ ਨਾਲ ਗੱਲਬਾਤ ਰੱਖੋ, ਕੀ ਪਤਾ ਕਿਹਦਾ ਲੋਟ ਆ ਜੇ। ਤਾਂ ਇਸ ਕਰਕੇ ਵਿਵੇਕ ਕਾਟਜੂ ਸਾਹਿਬ ਇੱਥੇ ਕਹਿ ਰਹੇ ਨੇ ਕਿ ਇੰਡੀਆ ਨੇ ਗਲਤੀ ਕੀਤੀ, ਜਿਹੜਾ ਤਾਲਿਬਾਨ ਨਾਲ ਗੱਲ ਵੀ ਨਹੀਂ ਕੀਤੀ।
ਇਹ ਤਾਂ ਕਹਿੰਦੇ ਹਜੇ ਵੀ ਗੱਲ ਕਰੋ, ਕਿਉਂਕਿ ਸਰ ਇੱਕ ਅਟੱਲ ਸੱਚਾਈ ਹੈ ਦੁਨੀਆ ਦੀ, ਇਨ ਇੰਟਰਨੈਸ਼ਨਲ ਰਿਲੇਸ਼ਨਸ ਯੂ ਹੈਵ ਨੋ ਰਿਲੇਸ਼ਨਸ। ਉੱਥੇ ਇਮੋਸ਼ਨਸ ਦਾ, ਰਿਲੇਸ਼ਨਸ ਦਾ ਕੋਈ ਕੰਮ ਨਹੀਂ। ਵੈਸਟਡ ਇੰਟਰਸਟ, ਜੇ ਆਪਦਾ ਮਤਲਬ ਹੈ ਤਾਂ ਅਗਲਾ ਗੱਲ ਕਰੂਗਾ, ਨਹੀਂ ਤਾਂ ਅਗਲਾ ਨਹੀਂ ਗੱਲ ਕਰਦਾ। ਇੰਡੀਆ ਦੇ ਪ੍ਰੋਜੈਕਟ ਮੈਂ ਤੁਹਾਨੂੰ ਦੱਸਦਾ ਜਿਹੜੇ ਉੱਥੇ ਚੱਲੀ ਜਾਂਦੇ ਆ। ਵਿਵੇਕ ਕਾਟਜੂ ਸਾਹਿਬ ਦਾ ਮੈਂ ਤੁਹਾਨੂੰ ਬਿਆਨ ਦੱਸਦਾ, ਅੰਬੈਸਡਰ ਨੇ, ਕੋਈ ਐਵੇਂ ਮੇਰੇ ਵਰਗਾ ਤੁਰੇ ਫਿਰਦੇ ਦਾ ਬਿਆਨ ਨਹੀਂਗਾ। ਤੇ ਇੰਡੀਆ ਦੀ ਇਨਵੈਸਟਮੈਂਟ ਮੈਂ ਤੁਹਾਨੂੰ ਉੱਥੇ ਦੱਸਦੀ, ਇਹਨੂੰ ਕਿਹਾ ਜਾਂਦਾ ਹੈ ਜੀ ਟੈਕਨੀਕਲ ਲੈਂਗੁਏਜ ਦੇ ਵਿੱਚ ਸੌਫਟ ਪਾਵਰ। ਇੰਡੀਆ ਦੀ ਸੌਫਟ ਪਾਵਰ ਅਫਗਾਨਿਸਤਾਨ 'ਚ ਬਹੁਤ ਸਟਰੋਂਗ ਹੈ। ਕਿਉਂ? ਇੰਡੀਆ ਦੇ ਬਾਲੀਵੁੱਡ ਦੀਆਂ ਫਿਲਮਾਂ ਉੱਥੇ ਦੇਖੀਆਂ ਜਾਂਦੀਆਂ ਨੇ, ਇੰਡੀਆ ਦੇ ਨਾਟਕ ਉੱਥੇ ਦੇਖੇ ਜਾਂਦੇ ਨੇ, ਕਿਉਂਕਿ ਸਾਸ ਵੀ ਕਭੀ ਬਹੂ ਥੀ, ਉਹੀ ਜਿਹੜਾ ਜਿਹਨੇ ਕਈ ਨੌਹਾਂ ਦੇ ਜੁੰਡੇ ਸੱਸਾਂ ਤੋਂ ਪਟਾਏ, ਉਹ ਨਾਟਕ ਅਫਗਾਨਿਸਤਾਨ 'ਚ ਬਹੁਤ ਪਸੰਦ ਕੀਤਾ ਜਾਂਦਾ। ਇੱਕ ਵਾਰੀ ਉੱਥੇ ਉਹ ਚੋਰੀ ਹੋ ਗਈ ਕਿਸੇ ਦੇ ਘਰੇ, ਤੋਂ ਜਾਂਦੇ ਹੋਏ ਕਾਰ ਦੇ ਸ਼ੀਸ਼ੇ ਤੇ ਲਿਖ ਕੇ ਲਿਵ ਲੌਂਗ ਤੁਲਸੀ। ਤੁਲਸੀ ਇੱਕ ਨਾਟਕ 'ਚ ਕੰਮ ਕਰਦੀ ਹੁੰਦੀ ਸੀ ਨਾ, ਸਾਰਾ ਪਰਿਵਾਰ ਬੈਠਾ ਟੀਵੀ ਅੱਗੇ ਅੱਖਾਂ ਗੱਡ ਕੇ, ਤੇ ਚੋਰ ਆਏ ਤੇ ਚੋਰੀ ਕਰਕੇ ਉਹਦੇ ਵਿਹਲੇ। ਤੋਂ ਜਾਣ ਲੱਗੇ ਸਪੈਸ਼ਲ ਸ਼ੀਸ਼ੇ ਤੇ ਲਿਖ ਕੇ ਗਏ ਵੀ ਜਿੰਦੀ ਰਹਿ ਤੁਲਸੀਏ। ਚਲੋ ਜੀ, ਆ ਹੋ ਗਈ ਇੰਡੀਆ ਦੀ ਫੋਰਨ ਪੋਲਿਸੀ। ਇੰਡੀਆ ਦੀ ਫੋਰਨ ਪੋਲਿਸੀ ਦੇ ਨਾਲ ਜੀ ਮੈਨੂੰ ਇੱਕ ਗੱਲ ਤੁਹਾਨੂੰ ਹੋਰ ਦੱਸਣੀ ਪਊਗੀ। ਇੱਕ ਕਨਸੈਪਟ ਹੈ ਜੀ ਜਿਹਨੂੰ ਕਿਹਾ ਜਾਂਦਾ ਹੈ ਸਟ੍ਰੈਟੇਜਿਕ ਡੈਪਥ। ਸਟ੍ਰੈਟੇਜਿਕ ਡੈਪਥ ਦਾ ਮਤਲਬ ਕੀ ਹੋਇਆ ਜੀ? ਮੰਨ ਲਓ ਆਇਆ ਅਫਗਾਨਿਸਤਾਨ, ਆ ਇੰਡੀਆ, ਤੇ ਇਹਨਾਂ ਦੋਨਾਂ ਦੇ ਵਿਚਾਲੇ ਹੈ ਪਾਕਿਸਤਾਨ। ਅਫਗਾਨਿਸਤਾਨ, ਇੰਡੀਆ, ਪਾਕਿਸਤਾਨ। ਪਾਕਿਸਤਾਨ ਕਹਿੰਦਾ ਵੀ ਜੇ ਇੰਡੀਆ ਦਾ ਅਫਗਾਨਿਸਤਾਨ 'ਚ ਵੀ ਰੋਲ ਵਾਵਾ ਤਕੜਾ ਹੋ ਗਿਆ, ਇੰਡੀਆ 'ਚ ਤਾਂ ਹੈ ਹੀ, ਤਾਂ ਮੈਂ ਇਹਨਾਂ ਦੇ ਵਿਚਾਲੇ ਸੈਂਡਵਿਚ ਬਣ ਜੂਗਾ। ਤਾਂ ਫਿਰ ਜੇ ਕਿਤੇ ਕੱਲ ਨੂੰ ਇੰਡੀਆ ਨੇ ਅਟੈਕ ਕੀਤਾ ਤਾਂ ਇੰਡੀਆ ਦਾ ਅਟੈਕ ਦੋਨੇ ਪਾਸਿਆਂ ਤੋਂ ਕਰੂਗਾ, ਤੇ ਮੈਂ ਭੱਜੂ ਕਿੱਥੇ? ਹੁਣ ਤਾਂ ਮੰਨ ਲਓ ਜੇ ਇੰਡੀਆ ਨੇ ਇੱਧਰੋਂ ਅਟੈਕ ਕੀਤਾ, ਸਾਡੇ ਅਫਗਾਨਿਸਤਾਨ ਨਾਲ ਸੰਬੰਧ ਵਧੀਆ, ਤਾਂ ਅਸੀਂ ਹਟਦੇ ਪਿੱਛੇ ਹੋ ਜਾਂਗੇ, ਤੇ ਨਾਲੇ ਸਾਨੂੰ ਉਮੀਦ ਹੈ ਕਿ ਇੱਧਰੋਂ ਤਾਂ ਅਟੈਕ ਹੁੰਦਾ ਨਹੀਂ। ਪਰ ਸਟ੍ਰੈਟੇਜਿਕ ਡੈਪਥ ਦੇ ਜੇ ਸਾਡੇ ਕੋਲੇ ਨਾ ਰਹੀ, ਸਾਡੇ ਤੇ ਅਟੈਕ ਦੋਨੇ ਪਾਸਿਓਂ ਹੋ ਜੂਗਾ, ਸਾਡੇ ਪੱਲੇ ਕੁਝ ਨਹੀਂ ਰਹਿਣਾ। ਇਸ ਕਰਕੇ ਸਟ੍ਰੈਟੇਜਿਕ ਡੈਪਥ ਬਾਰੇ ਪਾਕਿਸਤਾਨ ਨੂੰ ਬਹੁਤ ਫਿਕਰ ਹੈ, ਕਿਉਂਕਿ ਉਹਨਾਂ ਦਾ ਏਰੀਆ ਕੋਈ ਜ਼ਿਆਦਾ ਨਹੀਂ ਹੈ, ਛੋਟਾ ਜਿਹਾ ਪਾਕਿਸਤਾਨ ਹੈ, ਕਿੱਡਾ ਕਿਤੇ 20 ਕਰੋੜ ਆਬਾਦੀ ਜ਼ਰੂਰ ਹੈ। ਹੁਣ ਆ ਜਾਈਏ ਜੀ, ਸਟ੍ਰੈਟੇਜਿਕ ਡੈਪਥ ਦਾ ਡਰ ਪਾਕਿਸਤਾਨ ਨੂੰ ਹੈ, ਤਾਂ ਇੰਡੀਆ ਨੂੰ ਵੀ ਕੋਈ ਡਰ ਹੋਊਗਾ ਜੀ। ਇੰਡੀਆ ਨੂੰ ਡਰ ਹੈ ਜੀ ਸਟ੍ਰਿੰਗ ਆਫ ਪਲਸ ਦਾ। ਸਟ੍ਰਿੰਗ ਆਫ ਪਲਸ ਮਤਲਬ ਮੋਤੀਆਂ ਦੀ ਮਾਲਾ, ਹੋਰ ਕੀ ਮਤਲਬ ਹੋਇਆ ਇਹਦਾ? ਚਾਈਨਾ ਜੀ ਭਾਰਤ ਨੂੰ ਘੇਰੀ ਜਾਂਦਾ ਹੈ ਚਾਰੇ ਪਾਸੋਂ। ਚਾਈਨਾ ਦਾ ਪੋਰਟ ਬੰਦਰਗਾਹ, ਮਿਲਟਰੀ ਪੋਰਟ ਬੰਗਲਾਦੇਸ਼ 'ਚ ਵੀ ਹੈਗਾ ਚਟਕੋਂਗ, ਸ਼੍ਰੀਲੰਕਾ 'ਚ ਵੀ ਹੈਗਾ ਹੰਬਨਟੋਟਾ, ਮਾਲਦੀਵਸ 'ਚ ਵੀ ਹੈਗਾ ਮਾਲੇ, ਉਹਦੇ 'ਚ ਵੀ ਹੈਗਾ, ਪਾਕਿਸਤਾਨ 'ਚ ਵੀ ਹੈਗਾ ਗਵਾਦਰ। ਤਾਂ ਇੰਡੀਆ ਚਾਰੇ ਪਾਸੋਂ ਘੇਰਿਆ ਗਿਆ। ਹੁਣ ਜੇ ਰੱਬ ਨਾ ਕਰੇ, ਜਿਵੇਂ ਹਿੰਦੀ 'ਚ ਕਹਿੰਦੇ ਨਾ ਕਰੇ ਨਾਰਾਇਣ, ਅਟੈਕ ਹੋ ਜਾਏ, ਭੱਜਾਂਗੇ ਕਿੱਥੇ? ਚਾਰੇ ਪਾਸੇ ਚਾਈਨਾ ਦੱਬੀ ਖੜਾ। ਚਲੋ ਅਟੈਕ ਨਾ ਵੀ ਹੋਵੇ ਤਾਂ ਸਾਡੇ ਤੇ ਨਿਗਾਹ ਰੱਖੀ ਜਾਂਦਾ ਚਾਰੇ ਪਾਸੇ। ਉਹਨੂੰ ਪਤਾ ਦਿਨ ਰਾਤ ਸਵੇਰੇ ਸ਼ਾਮ ਸਾਡੀ ਆਰਮੀ, ਨੇਵੀ, 에ਅਰ ਫੋਰਸ ਕੀ ਕਰਦੀ ਹੈ। ਸੌਰੀ, ਉਹਨੂੰ ਸਾਈਡ ਤੇ ਕਰਨ ਵਾਸਤੇ ਇੰਡੀਆ ਨੇ ਈਰਾਨ ਦੇ ਵਿੱਚ ਉਹਦੇ ਜਮਾਂ ਗਵਾਂਢ ਵਿੱਚ ਪੋਰਟ ਬਣਾਇਆ ਚਾਬਹਾਰ, ਸਟਿੰਗ ਆਫ ਪਲਸ ਪਾਲਿਸੀ ਤੋਂ ਬਚਣ ਵਾਸਤੇ। ਹੰਬਨਟੋਟਾ ਚਾਈਨਾ ਨੇ ਲੈ ਰੱਖਿਆ ਸ਼੍ਰੀਲੰਕਾ 'ਚ, ਉਹਦੇ ਨੇੜੇ ਹੀ ਇੰਡੀਆ ਨੇ ਵੀ ਇੱਕ ਲਿਆ ਤਾਂ ਕਰਕੇ ਉਹ ਤੋਂ ਬਚਿਆ ਜਾ ਸਕੇ। ਪਰ ਚਾਈਨਾ ਕੋਲੇ ਪੈਸਾ ਇੰਨਾ ਕਿ ਉਹ ਦੇ ਸਕਦਾ, ਭਾਰਤ ਨਹੀਂ ਦੇ ਸਕਦਾ। ਤਾਂ ਸਾਨੂੰ ਸਾਡੀ ਸੌਫਟ ਪਾਵਰ ਤੋਂ ਕੰਮ ਲੈਣਾ ਪਊਗਾ। ਸੌਫਟ ਪਾਵਰ ਮਤਲਬ ਸਾਡੇ ਰਿਲੇਸ਼ਨ, ਕਲਚਰਲ ਰਿਲੇਸ਼ਨ। ਮੈਂ ਮੰਨਦਾ ਕਿ ਸੌਫਟ ਪਾਵਰ ਉਹਨੇ ਹੱਦ ਤੱਕ ਕੰਮ ਨਹੀਂ ਕਰਦੀ ਜਿੱਥੇ ਪੈਸਾ ਕੰਮ ਕਰਦਾ, ਜਿੱਥੇ ਛੱਤਰ ਕੰਮ ਕਰਦਾ, ਪਰ ਨਾ ਨਾਲੋਂ ਕੁਛ ਤਾਂ ਚੰਗਾ। ਇਹ ਇੰਡੀਆ ਦੀ ਸੌਫਟ ਪਾਵਰ ਹੈ। ਅਫਗਾਨਿਸਤਾਨ 'ਚ ਵੀ ਕੰਮ ਕਰੀ ਜਾਂਦੀ, ਸਟਿੰਗ ਆਫ ਪਲਸ ਨੂੰ ਧਿਆਨ 'ਚ ਰੱਖਿਓ। ਹੁਣ ਜਿਹੜੇ ਕੋਈ UPSC ਵਗੈਰਾ ਦੀ ਤਿਆਰੀ ਕਰਦੇ ਆ ਕਿਸੇ ਐਗਜ਼ਾਮ ਦੀ, ਕਿਹੜੇ ਕੁਐਸਚਨ ਤੁਹਾਨੂੰ ਦਿਮਾਗ 'ਚ ਰੱਖਣੇ ਚਾਹੀਦੇ? ਚਾਈਨਾ ਦਾ ਇੱਕ ਕਨਸੈਪਟ ਹੈ ਜੀ BRI, ਬੈਲਟ ਐਂਡ ਰੋਡ ਇਨੀਸ਼ੀਏਟਿਵ, ਉਹਦੇ ਬਾਰੇ ਜ਼ਰੂਰ ਪੜ੍ਹਿਓ। ਇੱਕ ਪਾਈਪਲਾਈਨ ਸ਼ੁਰੂ ਹੋਣੀ ਸੀ ਤਾਪੀ ਤੋਂ ਮਤਲਬ ਮੰਨ ਲਓ ਤੁਰਕਮੇਨਿਸਤਾਨ, A ਤੇ ਅਫਗਾਨਿਸਤਾਨ, B ਤੇ ਪਾਕਿਸਤਾਨ, I ਤੇ ਇੰਡੀਆ। ਉੱਥੋਂ ਗੈਸ ਭਾਰਤ 'ਚ ਬਹੁਤ ਸਸਤੀ ਹੋਣੀ, ਪਰ ਹੁਣ ਅਫਗਾਨਿਸਤਾਨ 'ਚ ਤਾਂ ਬਹਿ ਗਿਆ ਤਾਲੀਬਾਨ, ਤਾਂ ਇਹ ਭੁੱਲ ਜਾਓ। ਪਾਕਿਸਤਾਨ ਨਾਲ ਉਵੇਂ ਸੰਬੰਧ ਬਹੁਤ ਵਧੀਆ ਨੇ, ਉਹ ਵੀ ਭੁੱਲ ਜਾਓ।
ਗਵਾਦਰ ਤੇ ਚਾਬਾ ਰਿਪੋਰਟ ਬਾਰੇ ਜ਼ਰੂਰ ਪੜ੍ਹੋ। ਇਹਦਾ ਕੀ ਇੰਪੈਕਟ ਪੈ ਸਕਦਾ ਹੈ। ਮੈਂ ਤੁਹਾਨੂੰ ਵਕਾਨ ਕੋਰੀਡੋਰ ਦੱਸਿਆ ਸੀ, ਵਕਾਨ ਕੋਰੀਡੋਰ ਨਾਲ ਜੋੜ ਕੇ ਤਾਲਿਬਾਨ ਨੂੰ ਦੇਖੂਗੀ JNK ਦੇ ਵਿੱਚ ਇਹਦਾ ਕੀ ਇੰਪੈਕਟ ਪੈ ਸਕਦਾ, ਜੰਮੂ ਕਸ਼ਮੀਰ ਦੇ ਵਿੱਚ ਤਾਲਿਬਾਨ ਨੂੰ ਜੋੜ ਕੇ ATS ਦਾ ਮੈਂ ਤੁਹਾਨੂੰ ਦੱਸਦਾ। ਇੰਡੀਆ ਦੀ ਫੋਰਨ ਪਾਲਿਸੀ ਪਾਸ ਹੋਈ ਫੇਲ ਹੋਈ, ਇਹ ਵੀ ਕੁਐਸਚਨ ਬਣ ਸਕਦਾ ਹੈ। ਉਸ ਤੋਂ ਬਾਅਦ ਇੰਡੀਆ ਦੇ ਕੀ ਉੱਥੇ ਪ੍ਰੋਜੈਕਟ ਚੱਲੀ ਜਾਂਦੇ ਮੈਂ ਤੁਹਾਨੂੰ ਦੱਸਦੇ ਹਾਂ। ਹਿਸਟੋਰੀਕਲੀ ਜਿਹੜੇ ਕੁਐਸਚਨ ਬਣ ਸਕਦੇ ਆਪਾਂ ਤਿੰਨੇ ਜੰਗਾਂ ਦੀ ਗੱਲ ਕਰ ਲਈਏ, ਇਹਦੇ ਚੋਂ ਹਿਸਟਰੀ ਦਾ ਕੁਐਸਚਨ ਨਹੀਂ ਆਊਗਾ, ਡੋਂਟ ਵਰੀ। PDPA ਵਗੈਰਾ ਸਭ ਬਕਵਾਸ ਹੈ। ਤਾਂ ਹੁਣ ਕਰ ਲਈਏ ਪਾਕਿਸਤਾਨ ਅਫਗਾਨਿਸਤਾਨ ਦੇ ਹਾਲਾਤਾਂ ਦੀ ਗੱਲ। ਅਫਗਾਨਿਸਤਾਨ ਦੀ ਆਬਾਦੀ ਹੈ ਜੀ 3 ਕਰੋੜ 80 ਲੱਖ ਤੇ ਉਹਨਾਂ ਕੋਲ ਏਰੀਆ ਇਲਾਕਾ ਹੈ ਜਿਹੜਾ ਉਹ ਹੈਗਾ ਜੀ 6,52,000 ਸਕੁਅਰ ਕਿਲੋਮੀਟਰ। ਇੰਡੀਆ ਨਾਲ ਕੰਪੇਅਰ ਕਰ ਲਓ, ਇੰਡੀਆ ਦੀ ਆਬਾਦੀ ਵਾਹਿਗੁਰੂ 135 ਕਰੋੜ, ਏਰੀਆ ਲਗਭਗ 33 ਲੱਖ ਸਕੁਅਰ ਕਿਲੋਮੀਟਰ ਹੈ। ਉਹਨਾਂ ਕੋਲੇ 6.5 ਲੱਖ ਲਾ ਲਓ ਤੁਸੀਂ, 6,52,000 ਹੈ। ਸਾਡੀ ਪੋਪੂਲੇਸ਼ਨ ਡੈਂਸਿਟੀ ਹੈ ਜੀ, ਸਾਡੇ ਕੋਲੇ 1 ਕਿਲੋਮੀਟਰ ਇਲਾਕੇ 'ਚ 464 ਬੰਦੇ ਆ। ਅਫਗਾਨਿਸਤਾਨ ਕੋਲੇ 1 ਕਿਲੋਮੀਟਰ ਇਲਾਕੇ 'ਚ ਸਿਰਫ 60 ਬੰਦੇ ਆ। ਕਾਰਨ ਫਿਰ ਜਾਓ ਵਾਪਸ ਜਿਓਗ੍ਰਾਫੀ ਤੇ, ਮੈਂ ਤੁਹਾਨੂੰ ਦੱਸਿਆ ਸੀ 80% ਪਹਾੜੀ ਇਲਾਕਾ, ਪਹਾੜੀ ਇਲਾਕਿਆਂ 'ਚ ਆਬਾਦੀ ਜ਼ਿਆਦੀ ਹੋ ਹੀ ਨਹੀਂ ਸਕਦੀ। ਠੀਕ ਹੈ ਜੀ। ਅਫਗਾਨਿਸਤਾਨ ਦੀ ਜੀ ਅੱਜ ਦੀ ਰੇਟ 'ਚ 42 ਤੋਂ 43% ਆਬਾਦੀ 14 ਸਾਲ ਦੀ ਉਮਰ ਤੋਂ ਥੱਲੇ ਹੈ। ਇਹਦੇ ਨਾਲ ਸਾਨੂੰ ਕੀ ਪਤਾ ਲੱਗਦਾ ਕਿ ਅੱਜ ਜੇ ਉਹ ਜਵਾਕਾਂ ਨੂੰ ਨਾ ਸਾਂਭਿਆ ਗਿਆ, ਜਿਨ੍ਹਾਂ ਦੀ ਆਬਾਦੀ 45% ਹੈ, ਲਗਭਗ 42 ਤੋਂ 43, ਆਪਾਂ 45 ਮੰਨ ਲੈਂਦੇ ਹਾਂ, ਉਮਰ 14 ਸਾਲ ਤੋਂ ਥੱਲੇ ਹੈ। ਜੇ ਅੱਜ ਉਹਨਾਂ ਦੇ ਹੱਥ 'ਚ ਕਿਤਾਬਾਂ ਤੇ ਪੈਨ ਨਾ ਫੜਾਇਆ ਗਿਆ ਤਾਂ ਆਉਣ ਵਾਲੇ ਟਾਈਮ 'ਚ ਨੌਕਰੀ ਨਹੀਂ ਮਿਲਣੀ। ਆਉਣ ਵਾਲੇ ਟਾਈਮ 'ਚ ਨੌਕਰੀ ਨਾ ਮਿਲੀ ਤਾਂ ਅਸਲਾ ਚੱਕਣਗੇ ਤਾਂ ਆਉਣ ਵਾਲੀਆਂ 2 ਪੀੜ੍ਹੀਆਂ ਹੋਰ ਗਰਕ ਹੋ ਜਾਣਗੀਆਂ। ਅੱਜ ਲੋੜ ਹੈ ਜੀ ਦੁਨੀਆ ਨੂੰ ਰਲ ਕੇ ਕੰਮ ਕਰਨ ਦੀ। ਉੱਥੇ ਅਫਗਾਨਿਸਤਾਨ 'ਚ ਚਾਹੇ ਤਾਲਿਬਾਨ ਦਾ ਰਾਜ ਆਵੇ, ਚਾਹੇ ਅਮਰੀਕਾ ਦਾ, ਇੰਗਲੈਂਡ ਦਾ, ਜਿਹਦਾ ਮਰਜ਼ੀ ਆ ਜਾਏ ਜੀ, ਬਹੁਤ ਲੋਕ ਅੱਜ ਤੱਕ ਉੱਥੇ, ਸਰਕਾਰਾਂ ਬਹੁਤ ਅੱਜ ਤੱਕ ਉੱਥੇ ਜਿੱਤੀਆਂ ਨੇ। ਦੇਖਣਾ ਇਹ ਹੈ ਲੋਕ ਕਦੋਂ ਜਿੱਤਣਗੇ। ਸਰਬੱਤ ਦੇ ਭਲੇ ਦੀ ਅਰਦਾਸ ਖਾਲਸਾ ਕਰਦਾ ਹੈ, ਲੋਕਾਂ ਦੇ ਜਿੱਤ ਦੀ ਉਡੀਕ ਹੈ ਸਾਨੂੰ। ਜਦੋਂ ਨਾਮ ਦਿਮਾਗ 'ਚ ਆਉਂਦਾ ਨਾ ਪਠਾਨ, ਤਾਂ ਅੱਖਾਂ ਸਾਹਮਣੇ 6.25 ਫੁੱਟ ਦਾ ਬੰਦਾ ਆਉਂਦਾ ਕਿ ਯਾਰ ਪਠਾਨ ਹੈ ਤਾਂ 6.25 ਫੁੱਟ ਦਾ ਤਾਂ ਹੋਊਗਾ ਹੀ। ਪਰ ਜੇ ਮੈਂ ਤੁਹਾਨੂੰ ਸੱਚਾਈ ਦੱਸਾਂ, ਅੱਜ ਅਫਗਾਨਿਸਤਾਨ ਦੀ 41% ਆਬਾਦੀ ਸਟੰਟਡ ਹੈ। ਸਟੰਟਡ ਮਤਲਬ ਉਮਰ ਦੇ ਹਿਸਾਬ ਨਾਲ ਜਿੰਨਾ ਕੱਦ ਹੋਣਾ ਚਾਹੀਦਾ ਸੀ ਉਹਨਾਂ ਹੋਇਆ ਹੀ ਨਹੀਂ। ਕਿਉਂ? ਖਾਣ ਨੂੰ ਹੀ ਕੁਛ ਨਹੀਂ, ਕਾਰਤੂਸ ਖਾਣ ਨੂੰ ਕੁਛ ਨਹੀਂ ਜੀ। 41% ਆਬਾਦੀ ਸਟੰਟਡ ਹੈ। ਇੱਥੇ ਕੰਮ ਕਰਨ ਦੀ ਲੋੜ ਹੈ, ਦੁਨੀਆ ਨੂੰ ਇਕੱਠੇ ਹੋਣ ਦੀ ਲੋੜ ਹੈ। ਫਿਰ ਜੇ ਆਪਾਂ ਗੱਲ ਕਰ ਲਈਏ ਜੀ ਸੀਵੀਅਰ ਮਾਲ ਨਿਊਟ੍ਰੀਸ਼ਨ ਮਤਲਬ ਹੁੰਦਾ ਹੈ ਜਿੰਨਾ ਨਿਊਟ੍ਰੀਸ਼ਨ ਉਹਨਾਂ ਨੂੰ ਚਾਹੀਦਾ ਉਹਨਾਂ ਨਹੀਂ ਮਿਲ ਰਿਹਾ। ਢਿੱਡ ਤਾਂ ਭਰੀ ਜਾਂਦਾ ਹੈ ਪਰ ਜਿੰਨੇ ਲੋੜੀਂਦਾ ਚੀਜ਼ਾਂ ਨੇ, ਆਇਰਨ, ਜ਼ਿੰਕ, ਜੋ ਵੀ ਕੁਛ ਹੈ ਉਹ ਨਹੀਂ ਮਿਲ ਰਿਹਾ। ਤਾਂ ਇਹ 9.5 ਹੈ ਸੀਵੀਅਰ ਮਾਲ ਨਿਊਟ੍ਰੀਸ਼ਨ ਉਹਨਾਂ ਦੇ ਦੇਸ਼ 'ਚ। ਤੇ ਬਿਲੋ ਪਾਵਰਟੀ ਲਾਈਨ, ਗਰੀਬੀ ਰੇਖਾ ਤੋਂ ਥੱਲੇ ਅਫਗਾਨਿਸਤਾਨ ਦੀ 47% ਆਬਾਦੀ ਹੈ। ਮਾਲ ਨਿਊਟ੍ਰੀਸ਼ਨ ਕਿੰਨੇ ਸੀ? 42% 'ਚ। ਸਟੰਟਡ ਸੀ 42%। ਤੇ ਸੀਵੀਅਰ ਮਾਲ ਨਿਊਟ੍ਰੀਸ਼ਨ ਸੀ ਲਗਭਗ 10%। ਬਿਲੋ ਪਾਵਰਟੀ ਲਾਈਨ ਸੀ ਲਗਭਗ 47%। ਐਜੂਕੇਸ਼ਨ ਦੀ ਗੱਲ ਕਰ ਲਈਏ ਜੀ, ਕੁੜੀਆਂ ਸਿਰਫ 30% ਪੜ੍ਹੀਆਂ ਨੇ। ਜੇ 100 ਚੋਂ 30 ਕੁੜੀਆਂ ਚੱਕੋਗੇ, ਜੇ 100 ਕੁੜੀਆਂ ਦੇਖੋਗੇ ਤਾਂ ਸਿਰਫ 30 ਪੜ੍ਹੀਆਂ ਨੇ। ਕੀ ਉਹ ਕੱਲ ਨੂੰ ਬੱਚਿਆਂ ਨੂੰ ਸਿਖਾ ਪਾਉਣਗੀਆਂ? ਕੀ ਉਹ ਫਿਊਚਰ ਡਿਸਾਈਡ ਕਰ ਪਾਉਣਗੀਆਂ? ਕੀ ਉਹ ਜਵਾਕਾਂ ਨੂੰ ਰਾਹ ਦਿਖਾਉਣਗੀਆਂ? ਮੈਂ ਇਹ ਨਹੀਂ ਕਹਿੰਦਾ ਮਾਂ ਨੂੰ ਜਵਾਕ ਨੂੰ ਰਾਹ ਦਿਖਾਉਣ ਵਾਸਤੇ ਪੜ੍ਹੀ ਲਿਖੀ ਹੋਣਾ ਜ਼ਰੂਰੀ ਹੈ, ਕਿਸੇ ਕਿਤਾਬ ਤੇ ਨਹੀਂ ਲਿਖਿਆ। ਪੜ੍ਹਿਆ ਲਿਖਿਆ ਲਿਟਰੇਟ ਬੰਦਾ ਤੇ ਸਿਆਣਾ ਬੰਦਾ ਇਹ ਜ਼ਰੂਰੀ ਨਹੀਂ ਸੇਮ ਹੋਣ। ਮੈਂ ਪੜ੍ਹੇ ਲਿਖੇ ਮੂਰਖ ਬਹੁਤ ਦੇਖੇ ਨੇ ਤੇ ਮੈਂ ਅਨਪੜ੍ਹ ਸਿਆਣੇ ਬਹੁਤ ਦੇਖੇ ਨੇ। ਪੜ੍ਹਾਈ ਦਾ ਸਿਆਣਪ ਨਾਲ ਕੋਈ ਲੈਣਾ ਦੇਣਾ ਨਹੀਂ, ਪਰ ਫਿਰ ਵੀ ਇੱਕ ਬੰਦੇ ਦੀ ਸੋਚ ਦਾ ਦਾਇਰਾ ਤਾਂ ਵੱਧਦਾ ਹੈ ਨਾ ਜਦੋਂ ਬੰਦਾ 4 ਅੱਖਰ ਪੜ੍ਹ ਜਾਂਦਾ। ਹੋਰ ਨਹੀਂ ਤਾਂ ਲਿਖਣ ਪੁੰਝਣ ਜੋਗਾ ਹੀ ਹੋ ਜੇ। ਤੇ ਜੇ ਮੁੰਡਿਆਂ ਦੀ ਗੱਲ ਕਰੀਏ ਜੀ, ਤਾਂ ਮੁੰਡੇ ਉੱਥੇ 55% ਪੜ੍ਹੇ ਆ। ਮੁੰਡੇ 55% ਕਿਉਂ ਪੜ੍ਹੇ ਆ ਤੇ ਕੁੜੀਆਂ 30% ਕਿਉਂ ਪੜ੍ਹੀਆਂ? 25% ਦਾ ਫਰਕ ਕਿਉਂ?
ਮੁੰਡੇ ਤੇ ਕੁੜੀ 'ਚ ਇੰਨਾ ਫਰਕ ਕਿਉਂ ਰੱਖਿਆ ਜਾਂਦਾ ਹੈ? ਇਹ ਨਹੀਂ ਹੋਣਾ ਚਾਹੀਦਾ। ਬਰਾਬਰਤਾ ਦੀ ਗੱਲ ਕਰੋ। ਫਿਰ ਆਪਾਂ ਜੀ ਅਨੀਮੀਆ, ਜੇ 100 ਕੁੜੀਆਂ ਨੂੰ ਚੈੱਕ ਕਰੋਗੇ ਤਾਂ 33 ਕੁੜੀਆਂ 'ਚ ਅਨੀਮੀਆ ਦੀ ਸ਼ਿਕਾਇਤ ਹੈ, 3 'ਚੋਂ 1 ਕੁੜੀ 'ਚ ਅਨੀਮੀਆ ਦੀ ਸ਼ਿਕਾਇਤ ਹੈ। ਅੱਜ ਇੱਥੇ ਕੰਮ ਕਰਨ ਦੀ ਲੋੜ ਹੈ। ਉੱਥੇ ਗਰੀਬੀ ਬਹੁਤ ਹੈ, ਉੱਥੇ ਪੜ੍ਹਾਈ ਦਾ ਬੁਰਾ ਹਾਲ ਹੈ, ਉੱਥੇ ਲੋਕਾਂ ਦੀ ਸਿਹਤ ਖਤਮ ਹੋ ਗਈ। ਇੰਡੀਆ ਨੇ ਜਿਹੜਾ ਫੋਰਨ ਪਾਲਿਸੀ ਦੇ ਅੰਡਰ ਸਾਡੀ ਇੰਦਰਾ ਗਾਂਧੀ ਚਾਈਲਡ ਹਸਪੀਟਲ ਕਾਬੁਲ 'ਚ ਖੋਲ੍ਹਿਆ, ਇੱਕ ਚੰਗਾ ਸਟੈਪ ਹੈ। ਸਲਮਾਨ ਡੈਮ ਚੰਗਾ ਸਟੈਪ ਹੈ। ਜ਼ੇਰਾਂਗ ਡੇਲਾਰਾਮ ਹਾਈਵੇ ਇੱਕ ਚੰਗਾ ਸਟੈਪ ਹੈ। ਪਰ ਸਵਾਲ ਕਈ ਅੱਜ ਵੀ ਮੈਂ ਤੁਹਾਡੇ ਕੋਲ ਛੱਡ ਚੱਲਿਆ। ਇੰਡੀਅਨ ਫੋਰਨ ਪਾਲਿਸੀ ਪਾਸ ਹੋਈ ਕਿ ਫਿਰ IC 814 ਦੇ ਵਿੱਚ ਜਿਹੜਾ ਮਸੂਦ ਅਜ਼ਹਰ ਛੱਡਿਆ ਗਿਆ, ਜਿਹਨੇ ਬਾਅਦ ਜਾ ਕੇ ਜੈਸ਼ ਏ ਮੁਹੰਮਦ ਬਣਾਈ, ਜੈਸ਼ ਏ ਮੁਹੰਮਦ ਨੇ ਇੰਡੀਆ ਭਾਰਤ ਤੇ ਅਟੈਕ ਕੀਤੇ, ਇਹਨੂੰ ਛੱਡਿਆ ਜਾਣਾ ਚਾਹੀਦਾ ਸੀ ਕਿ ਨਹੀਂ? ਇਹਦਾ ਜਵਾਬ ਉਸ ਤੋਂ ਬਾਅਦ ਅਲ-ਕਾਇਦਾ ਤੇ ਤਾਲਿਬਾਨ ਦਾ ਜਨਮ ਆਪਾਂ ਦੇਖਿਆ ਕਿਵੇਂ ਰਸ਼ੀਆ, ਪਾਕਿਸਤਾਨ ਤੇ ਇੰਗਲੈਂਡ ਨੇ ਰਲ ਕੇ ਕਰਾਇਆ। ਸੌਰ ਰੈਵੋਲਿਊਸ਼ਨ ਆਪਾਂ ਦੇਖਿਆ, PDPA ਦੇਖੀ, ਗੋਰਿਆਂ ਦੀਆਂ 3 ਜੰਗਾਂ ਦੇਖੀਆਂ, ਉਹਨਾਂ ਦੀ ਪੋਲਿਟੀ ਦੇਖੀ, ਇਕਨੋਮੀ ਦੇਖੀ, ਜਿਓਗ੍ਰਾਫੀ ਦੇਖੀ। ਐਵੇਂ ਹੀ ਕਿਸੇ ਅਗਲੀ ਵੀਡੀਓ 'ਚ ਮਿਲਾਂਗੇ ਜੀ। ਸਤਿ ਸ਼੍ਰੀ ਅਕਾਲ।